ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ, ਚਿੰਤਾ ਲਾਹੇ ਹਮਾਰੀ। ਤੁਮ ਚੰਦਨ ਮਿਰੰਡ ਬਾਪੁਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਨ ਤੁਮਾਰੀ, ਹਮ ਅਵਗੁਣ ਤੁਮ ਪਰਉਪਕਾਰੀ। ਬਿਖੈ ਬਨ ਫੀਕਾ ਤਿਆਗਿ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨ ਸਕਤ ਹੀ ਕਾਈ, ਸਾਦਾ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਨੇ ਕੀਓ। ਬੇਸੁਮਾਰ ਅਥਾਹ ਅਗਨਤ ਤੋਲੇ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਪਰਵਾਸੇ ਜੋ ਰਹੈ, ਬੂਢੇ ਕਾਲੀ ਤਹਾਰ। ਕਬੀਰ ਕਾਗਦ ਕੀ ਓਬਰੀ, ਮਸ ਕੇ ਕਰਮ ਕਪਾਟ। ਪਾਹਨ ਬੋਰੀ ਪ੍ਰਥਮੀ, ਪੰਡਿਤ ਪਾੜੀ ਬਾਟ। ਪਾਹਨ ਬੋਰੀ ਪ੍ਰਥਮੀ, ਪੰਡਿਤ ਪਾੜੀ ਬਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਜਿਨ੍ਹਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਾਮਤ ਹੈ, ਅਪਾਰ ਤਰਸ ਹੈ, ਬੇਅੰਤ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ
ਸਾਡੇ ਜੀਵਨ ਦੇ ਇਸ ਅਮੋਲਕ ਅਵਸਰ ਦੇ ਅੰਤਰਗਤ ਦਿਨਚਰਿਆ ਦੀ ਆਰੰਭਤਾ ਸਮੇਂ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠਣ ਦਾ, ਸ਼ਬਦ ਦੀ ਸਾਧਨਾ ਦੇ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਜਿਉਣ ਦਾ, ਹਿਰਦੇ ਦੇ ਤਲ 'ਤੇ ਕੀਰਤਨ ਸ਼ਰਵਣ ਕਰਕੇ ਨਾਮ ਰਸ ਸੰਚਣ ਦਾ, ਬੁੱਧੀ ਕਰਕੇ ਗੁਰੂ ਉਪਦੇਸ਼ ਨੂੰ ਧਾਰਨ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਿਵਾਜਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ, ਵਿਚਾਰ ਰੂਪ ਦੇ ਵਿੱਚ ਮਾਨਣ ਦਾ ਯਤਨ ਕਰਦੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੋੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਸ਼ਲੋਕ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਸਾਨੂੰ ਇੱਕ ਗੋਹਜ ਉਪਦੇਸ਼ ਦੁਆਰਾ ਬਖਸ਼ਿਸ਼ ਕਰ ਰਹੇ ਸਨ ਕਿ ਮਨੁੱਖ ਅਧਿਆਤਮ ਦੇ ਅਸਲ ਅਰਥ ਨਾ ਸਮਝਣ ਕਰਕੇ, ਪੂਜਾ ਦਾ ਅਸਲ ਭੇਦ ਨਾ ਸਮਝਣ ਕਰਕੇ, ਆਪਣੇ ਕਰਮ ਦੇ ਮਨੋਰਥ ਨੂੰ ਸਹੀ ਢੰਗ ਨਾਲ ਨਾ ਬੁੱਝਣ ਕਰਕੇ ਜਦ ਧਰਮ ਦੇ ਕਰਮਾਂ ਨੂੰ ਅਪਣਾ ਲੈਂਦਾ ਹੈ ਤਾਂ ਉਹਦੇ ਕੇਵਲ ਭੌਤਿਕ ਅਰਥਾਂ ਤੱਕ ਸੀਮਤ ਹੋ ਜਾਂਦਾ ਹੈ। ਉਹਨਾਂ ਕਰਮਾਂ ਦੇ ਅਗਲੇਰੇ ਅਰਥ ਕੀ ਹਨ, ਜਾਂ ਉਸ ਕਰਮ ਨੂੰ, ਕਰਮ ਦੀ ਸਾਧਨਾ ਦਾ ਅੰਤਮ ਜਿਹੜਾ ਫਲ ਹੈ, ਅੰਤਮ ਸਿੱਟਾ ਕੀ ਹੈ, ਉਸ ਦਾ ਕੈਸਾ ਰੂਪ ਹੈ, ਇਸ ਗੱਲ ਤੋਂ ਮਨੁੱਖ ਅਣਜਾਣ ਹੁੰਦਾ। ਇਸ ਕਰਕੇ ਠਾਕੁਰ ਪੂਜਹਿ ਮੋਲ ਲੇ, ਮੂਰਤੀ ਪੂਜਕ ਆਦਿਕ ਬਣ ਕੇ ਆਪਣੇ ਅਧਿਆਤਮ ਕਰਮਾਂ ਦੀ ਪੂਰਤੀ ਮੰਨਦਾ ਹੈ। ਤੀਰਥ ਯਾਤਰਾ ਦੇ ਭ੍ਰਮਣ ਨੂੰ ਆਪਣੇ ਮਨ ਦੇ ਵਿੱਚ ਮਾਇਆ ਦੇ ਤਿੰਨਾਂ ਗੁਣਾ ਮੈਲ ਉਤਾਰਨ ਦੀ ਬਜਾਏ ਕਾਮਨਾ ਜਾਂ ਹੋਰ ਜਿਹੜੀ ਦੁਨਿਆਵੀ ਗਰਜਾਂ ਆਦਿਕ ਦਾ ਮਾਨਸਿਕ ਰੂਪ ਦੇ ਵਿੱਚ ਭਾਰ ਪਾ ਕੇ ਤੇ ਤੀਰਥਾਂ ਦਾ ਭ੍ਰਮਣ ਕਰਦਾ ਰਹਿੰਦਾ ਹੈ। ਇਸ ਕਰਕੇ ਜਿਹੜਾ ਜਗਤ ਇਸ ਪ੍ਰਕਾਰ ਚੱਲ ਰਿਹਾ ਹੈ, ਜਿਹਦੇ ਕੋਲੋਂ ਅਧਿਆਤਮਿਕ ਕਰਮ ਕਰਨ ਦਾ ਕੋਈ ਖਾਸ ਅਰਥ ਨਹੀਂ ਹੈ, ਜਾਂ ਉਹ ਕਿਸੇ ਖਾਸ ਤਲਾਸ਼ ਤਹਿਤ ਉਹ ਕਰਮ ਨਹੀਂ ਕਰ ਰਿਹਾ, ਕਿਸੇ ਖੋਜ ਤਹਿਤ, ਤਾਂ ਉਹਦੇ ਕੀਤੇ ਹੋਏ ਕਰਮ ਭਟਕਣ ਵਾਂਗ ਹਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਜੇ ਅਸੀਂ, ਕਿਉਂਕਿ ਲੜੀਵਾਰ ਇਹ ਨੁਕਤਾ ਚੱਲ ਰਿਹਾ, ਕੱਲ੍ਹ ਆਪ ਜੀ ਨੇ ਵਿਚਾਰ ਦੀਰਘ ਢੰਗ ਦੇ ਨਾਲ ਸ਼ਰਵਣ ਕੀਤੀ ਹੈ ਕਿ ਇਹਨਾਂ ਗੱਲਾਂ ਦਾ ਗੁਰਮਤਿ ਦੇ ਵਿੱਚ ਨਿਸ਼ੇਧ ਕਿਉਂ ਹੈ, ਕਿਉਂ ਇਹਨਾਂ ਤੋਂ ਇਨਕਾਰ ਕੀਤਾ ਗਿਆ। ਅੱਜ ਵਾਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਪਾਹਨ ਪਰਮੇਸ਼ਰ ਕੀਆ, ਕਿ ਪੂਜਾ ਦਾ ਚਾਅ ਰੱਖਣ ਵਾਲੇ ਜਾਂ ਕਿਸੇ ਤਰ੍ਹਾਂ ਅਕਾਲ ਪੁਰਖ ਦੀ ਮੂਰਤ ਭਾਵ ਨੂੰ ਆਪਣੇ ਨਿਕਟ ਮਹਿਸੂਸ ਕਰਨ ਵਾਲਿਆਂ ਨੇ ਪੱਥਰ ਨੂੰ ਇੱਕ ਰੂਪ ਦੇ ਕੇ ਉਸ ਦੀ ਇੱਕ ਘਾੜਤ ਕੱਢ ਕੇ ਉਹਨੂੰ ਪਰਮੇਸ਼ਰ ਦੀ ਸੰਗਿਆ ਦੇ ਦਿੱਤੀ ਹੈ। ਤਾਂ ਇਸ ਸੰਬੰਧ ਦੇ ਵਿੱਚ ਇੱਕ ਨੁਕਤਾ ਆਪਦੇ ਸਨਮੁਖ ਰੱਖਦਿਆਂ, ਸੰਸਾਰ ਦੇ ਵਿੱਚ ਕੋਈ ਵੀ ਜਿਹੜਾ ਅਸੀਂ, ਜਿਵੇਂ ਸਾਡਾ ਜੀਵਨ ਬਤੀਤ ਹੁੰਦਾ ਹੈ, ਅਸੀਂ ਇਸ ਨੂੰ ਦੁਨਿਆਵੀ ਜੇ ਨੁਕਤੇ ਤੋਂ ਹੀ ਵਾਚ ਲਈਏ ਤਾਂ ਗੱਲ ਕਾਫੀ ਸਪਸ਼ਟ ਹੋ ਜਾਏਗੀ। ਉਦਾਹਰਨ ਦੇ ਤੌਰ 'ਤੇ ਸਾਡੇ ਦੁਨਿਆਵੀ ਸੰਬੰਧ ਮਾਤਾ ਪਿਤਾ ਸਭ ਦੇ ਨਾਲ ਜੁੜਦੇ ਨੇ। ਇੱਕ ਜਿਹੜਾ ਮੂਰਤ ਹੈ, ਸਰੀਰ ਰੂਪ ਦੇ ਵਿੱਚ ਪ੍ਰਗਟ ਹੋਈ ਹੈ ਮਾਤਾ ਪਿਤਾ ਦੀ, ਉਹਦਾ ਸਗਲਾ ਅਹਿਸਾਸ ਸਾਨੂੰ ਜ਼ਿੰਦਗੀ ਭਰ ਹੁੰਦਾ ਜਦ ਤੱਕ ਉਹ ਜੀਵਤ ਰਹਿੰਦੇ ਨੇ, ਉਹਨਾਂ ਤੋਂ ਬਾਅਦ ਵੀ। ਹੁਣ ਇੱਕ ਇਹ ਹੈ ਜਿਹੜਾ ਸਜਿੰਦ, ਜਿਹੜਾ ਚੇਤਨ ਮੂਰਤ ਦਾ ਸਾਡੀਆਂ ਸਰੀਰਕ ਰੂਪ ਮੂਰਤਾਂ ਦੇ ਨਾਲ ਵਾਸਤਾ ਪਿਆ ਹੈ, ਪਰ ਉਹਨਾਂ ਦੇ ਗੁਜ਼ਰਨ ਤੋਂ ਬਾਅਦ, ਚਲੇ ਜਾਣ ਤੋਂ ਬਾਅਦ ਕੋਈ ਮਨੁੱਖ ਉਹਨਾਂ ਵਰਗਾ ਬਿਲਕੁਲ ਬੁੱਤ ਬਣਾ ਦੇ, ਬਿਲਕੁਲ ਐਨ ਨੈਣ ਨਕਸ਼ ਮਿਲਦੇ ਹੋਣ,
ਜਾਂ ਬਹੁਤ ਕੋਈ ਸੋਹਣੀ ਮੂਰਤ ਬਣਾ ਦੇ, ਪਰ ਕੀ ਅਸੀਂ ਉਸ ਦੀ ਬਣਾਈ ਹੋਈ ਉਸ ਮੂਰਤ ਨੂੰ, ਉਹਦੇ ਬਣਾਏ ਹੋਏ ਉਸ ਬੁੱਤ ਨੂੰ ਆਪਣੇ ਉਸ ਜੀਵਤ ਮਾਤਾ ਪਿਤਾ ਦੇ ਸਮਾਨ ਕਹਿ ਸਕਾਂਗੇ? ਨਹੀਂ ਆਖਾਂਗੇ। ਹਾਂ, ਇਹ ਜ਼ਰੂਰ ਕਹਿ ਦਿਆਂਗੇ ਕਿ ਇਹ ਉਹਦੀ ਜਿਹੜਾ ਨਕਸ਼ ਹੈ ਉਹਦੀ ਝਲਕ ਦਿਖਾਉਂਦਾ ਹੈ, ਜਾਂ ਉਹਦੀ ਕਲਪਨਾ ਕਰਨੀ, ਉਹਦੀ ਕਲਪਨਾ ਕਰਨ ਦੇ ਵਿੱਚ ਥੋੜ੍ਹਾ ਕੁ ਸਹਾਇਕ ਹੈ, ਪਰ ਇਹ ਪੂਰਾ ਨਹੀਂ। ਪੂਰਾ ਉਦੋਂ ਹੀ ਸੀ ਜਦੋਂ ਉਹਨਾਂ ਦੀ ਮੂਰਤ ਇਸ ਸੰਸਾਰ ਦੇ ਵਿੱਚ ਰਹੀ ਸੀ। ਇਸੇ ਪ੍ਰਕਾਰ ਜਦੋਂ ਆਦਿ ਕਾਲ ਤੋਂ ਪਰਮੇਸ਼ਰ ਦੇ ਰੂਪ ਦੀ ਕਲਪਨਾ ਸ਼ੁਰੂ ਕਰ ਦਿੱਤੀ ਤਾਂ ਉਹ ਕਲਪਨਾ ਦਾ ਕੁਝ ਪੋਜੀਟਿਵ ਹੈ ਸੀ ਥੋੜ੍ਹਾ ਬਹੁਤ, ਕਿ ਮਨੁੱਖ ਨੂੰ, ਕਿਉਂਕਿ ਮਨੁੱਖ ਦੀ ਬੁੱਧੀ ਹੁਣ ਨਿਰਾਕਾਰ ਹੈ ਅਤੇ ਗੁਣ ਮਨੁੱਖ ਪ੍ਰਭੂ ਦੇ ਚੀਨ ਨਹੀਂ ਸਕਦਾ ਜਲਦੀ ਕੀਤਿਆਂ। ਫਿਰ ਜਿਹੜੇ ਉਸ ਵਕਤ ਧਾਰਮਿਕ ਅਧਿਆਤਮਿਕ ਸਾਧਕ ਸਨ, ਉਹਨਾਂ ਨੇ ਇੱਕ ਪੁੱਲ ਦਾ ਕੰਮ ਕਰਨ ਦੇ ਲਈ ਇਸ ਵਿਧਾਨ ਨੂੰ ਘੜਿਆ ਸੀ ਕਿ ਪਹਿਲਾਂ ਆਕਾਰ ਤੋਂ ਪੂਜਾ ਸ਼ੁਰੂ ਕਰ, ਜਿਉਂ-ਜਿਉਂ ਤੇਰੀ ਪੂਜਾ ਡੀਪ ਹੁੰਦੀ ਜਾਏਗੀ ਤੇਰੀ ਮੂਰਤ ਛੁੱਟਦੀ ਜਾਏਗੀ, ਅਤੇ ਇਸੇ ਪ੍ਰਕਾਰ ਫਿਰ ਤੂੰ ਮੂਰਤ ਤੋਂ ਅਮੂਰਤ ਵਾਲੇ ਪਾਸੇ ਹੋ ਜਾਏਗਾ। ਕਿਉਂਕਿ ਪਹਿਲੇ ਪੱਧਰ 'ਤੇ ਇੱਕ ਗੁਣ ਦਾ, ਇੱਕ ਰੂਪ ਦਾ ਅਭਿਆਸ ਕਰ, ਤਾਂ ਕਿ ਤੇਰੀ ਪੂਜਾ ਕਰਦਿਆਂ ਕਰਦਿਆਂ ਉਸ ਪ੍ਰਭੂ ਦੇ ਅਸੀਮ ਗੁਣਾਂ ਦਾ, ਅਸੀਮ ਰੂਪਾਂ ਦਾ, ਅਸੀਮ ਆਕਾਰਾਂ ਦਾ ਗਿਆਨ ਤੇਰੇ ਅੰਦਰ ਪ੍ਰਗਟ ਹੋ ਜਾਏ, ਅਤੇ ਤੂੰ ਫਿਰ ਉਹਦੀ ਮੂਰਤ ਨੂੰ ਸਗਲ ਬ੍ਰਹਿਮੰਡ ਦੇ ਅੰਦਰ ਹੀ ਰਮਿਆ ਦੇਖੇ। ਜਿਹੜਾ ਅਸੀਂ ਵੇਦ ਪੜ੍ਹਦੇ ਉਹਨਾਂ ਦੇ ਵਿੱਚ ਨਾ ਇਸ ਸਾਰੀ ਸ੍ਰਿਸ਼ਟੀ ਨੂੰ ਨਾ ਅਕਾਲ ਪੁਰਖ ਦਾ ਸਰੀਰ ਕਿਹਾ ਗਿਆ। ਕਿਹਾ ਜਿਹੜਾ ਆਕਾਸ਼ ਹੈ ਉਹਦਾ ਸਿਰ ਹੈ, ਅਤੇ ਜਿਹੜਾ ਸ੍ਰਿਸ਼ਟੀ ਹੈ ਇਹ ਉਹਦਾ ਪੇਟ ਹੈ, ਭਾਵ ਕਿ ਇੱਥੇ ਜੀਵ ਇਸ ਸ੍ਰਿਸ਼ਟੀ ਵਿੱਚੋਂ ਕਿੰਨਾ ਕੁਝ ਪੈਦਾ ਹੁੰਦਾ, ਖਾਂਦੇ ਪੀਂਦੇ ਸਾਰਾ ਕੁਝ ਇੱਥੇ ਕਰਦੇ ਆ। ਅਤੇ ਜਿਹੜੇ ਉਹਦਾ ਪਤਾਲ ਆ, ਭਾਵ ਕਿ ਪਾਣੀ, ਉਹਦੇ ਚਰਨ ਨੇ। ਪੂਰੇ ਬ੍ਰਹਿਮੰਡ ਨੂੰ ਉਹਨਾਂ ਨੇ ਇੱਕ ਰੱਬੀ ਸਰੀਰ ਕਿਹਾ ਹੋਇਆ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਪਾਹਨ ਪਰਮੇਸ਼ਰ ਕੀਆ, ਪਰਮ ਮੂਰਤ ਦੇ ਰਹੱਸ ਨੂੰ ਬੁੱਝਣ ਤੋਂ ਅਣਜਾਣ ਰਹਿਣ ਕਰਕੇ ਮਨੁੱਖ ਨੇ ਪੱਥਰ ਨੂੰ ਪਰਮੇਸ਼ਰ ਦੀ ਸੰਗਿਆ ਦੇ ਦਿੱਤੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਸ ਤੋਂ ਇਲਾਵਾ ਪੂਜੈ ਸਭ ਸੰਸਾਰ। ਹੁਣ ਜਿਵੇਂ ਗੁਰਬਾਣੀ 'ਚ ਵਾਕ ਆਉਂਦਾ, ਸਤਿਗੁਰ ਮਿਲੈ ਤਾਂ ਸਹਿਸਾ ਜਾਈ, ਕਿਸ ਹੋਂ ਪੂਜਾ ਦੂਜਾ ਨਦਰ ਨਾ ਆਈ, ਏਕੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰੀਐ ਪਾਉ। ਕਿ ਹੁਣ ਇੱਕ ਪੱਥਰ ਦਾ ਨਿਰਮਾਣ ਮੂਰਤੀ ਕਰਕੇ ਹੋਇਆ, ਉਹ ਪੂਜਨੀਕ ਬਣ ਗਿਆ, ਪਰ ਇੱਕ ਪੱਥਰ ਮੂਰਤੀ ਦਾ ਨਿਰਮਾਣ ਨਹੀਂ ਗ੍ਰਹਿਣ ਕਰ ਸਕਿਆ, ਉਹ ਬਿਨਾਂ ਪੂਜਾ ਤੋਂ ਰਹਿ ਗਿਆ, ਉਵੇਂ ਰਸਤੇ ਵਿੱਚ ਪਿਆ ਹੋਇਆ ਹੈ। ਤਾਂ ਭਗਤ ਨਾਮਦੇਵ ਜੀ ਕਹਿੰਦੇ ਫਿਰ ਇਹ ਕੀ ਭੇਦ ਹੋਇਆ, ਕਿਸ ਕਰਕੇ ਉਹ ਮੂਰਤ ਦੀ ਜਿਹੜੀ ਪੂਜਾ ਕਰਨੀ, ਉਹਦੀ ਰਮੇ ਹੋਏ ਦੀ ਪੂਜਾ ਕਰੋ। ਇਸ ਕਰਕੇ ਜਿਹੜੇ ਸਨਾਤਨ ਵਾਲੇ ਮੱਤ ਵਾਲੇ ਰਾਮ ਸ਼ਬਦ ਕਹਿੰਦੇ ਨੇ, ਉਹਨਾਂ ਤੋਂ ਵੀ ਉਹਨਾਂ ਦਾ ਇਹੀ ਗਿਆਨ ਸਪਸ਼ਟ ਹੁੰਦਾ ਹੈ ਕਿ ਅਸਲ ਵਿੱਚ ਅਸੀਂ ਰਮੰਤੀ ਰਾਮ ਦੀ ਪੂਜਾ ਕਰਦੇ ਹਾਂ, ਨਾ ਕਿ ਉਹਦੇ ਕਿਸੇ ਖਾਸ ਰੂਪ ਨੂੰ ਘੜ ਕੇ। ਪਰ ਗੱਲ ਕੀ ਹੈ ਕਿ ਜਪ ਉਹਨਾਂ ਦਾ ਰਾਮ ਦਾ ਹੈ, ਪਰ ਜਿਹੜਾ ਅਭਿਆਸ ਹੈ ਉਹਨਾਂ ਦਾ ਮੂਰਤੀ ਕਰਮ ਵਾਲਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਪਾਹਨ ਪਰਮੇਸ਼ਰ ਕੀਆ, ਪਰਮੇਸ਼ਰ ਦੀ ਪਰਮ ਮੂਰਤ ਦੇ ਰਹੱਸ ਨੂੰ ਨਾ ਬੁੱਝਣ ਵਾਲੇ ਬੰਦੇ ਨੇ ਪੱਥਰ ਦੀ ਮੂਰਤ ਘੜ ਕੇ ਉਹਨੂੰ ਪਰਮੇਸ਼ਰ ਦੀ ਸੰਗਿਆ ਦੇ ਦਿੱਤੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪੂਜੈ ਸਭ ਸੰਸਾਰ। ਪਹਿਲਾਂ ਆਪਣੇ ਅੰਦਰ ਬੁੱਝੇ। ਇਸ ਕਰਕੇ ਜਦੋਂ ਪੂਜਾ ਦੇ ਕੋਈ ਵਿਧਾਨ ਸ਼ੁਰੂ ਹੁੰਦੇ ਹਨ ਤਾਂ ਉਹ ਧਰਮ ਦੀ ਅਗਲੀ ਸ਼੍ਰੇਣੀ ਹੀ ਸਥਾਪਿਤ ਕਰਦੀ ਹੈ, ਕਿਉਂਕਿ ਉਹ ਫਿਰ ਜਦੋਂ ਉਹ ਸਥਾਪਿਤ ਕਰਦੀ ਹੈ ਉਦੋਂ ਇਸ ਗੱਲ ਨੂੰ ਵਾਚਨਾ ਬਣਦਾ ਉਹਦੇ ਵਿੱਚ ਉਹਦਾ ਕੀ ਹਿੱਤ ਹੈ। ਜਿਵੇਂ ਸਾਡੀਆਂ ਸਿੱਖ ਪਰੰਪਰਾਵਾਂ ਦੇ ਵਿੱਚ ਕੋਈ ਨਵਾਂ ਕਰਮ ਸ਼ੁਰੂ ਕਰਨਾ ਚਾਹੇ, ਤਾਂ ਜਿਹੜਾ ਬੰਦੇ ਨਵੇਂ ਕਰਮ ਸ਼ੁਰੂ ਕਰ ਰਹੇ ਨੇ, ਨਵੀਂ ਕੋਈ ਰੀਤ ਆਰੰਭ ਕਰ ਰਹੇ ਨੇ, ਤਾਂ ਉਹਦੇ ਵਿੱਚ ਦੇਖਣਾ ਚਾਹੀਦਾ ਕਿ ਇਹ ਗਿਆਨ ਦਾ ਸ਼ੁੱਧ ਅਭਿਆਸ ਪੈਦਾ ਕਰ ਰਹੀ ਹੈ ਕਿ ਜਾਂ ਇਹਨਾਂ ਦਾ ਕੋਈ ਆਪਣਾ ਹਿੱਤ ਇਹਦੇ ਵਿੱਚ ਜੁੜਿਆ ਹੋਇਆ ਹੈ। ਜਿਵੇਂ ਕੀ ਹੋਇਆ, ਜਿਵੇਂ ਗੁਰੂ ਸਾਹਿਬ ਜੀ ਬਾਣੀ 'ਚ ਆਉਂਦਾ ਹੈ ਕਿ ਜਿਹੜਾ ਵੇਦਾਂ ਸ਼ਾਸਤਰਾਂ ਦਾ ਤੱਤ ਹੈ ਉਹ ਤਾਂ ਜੀਵ ਨੂੰ ਬ੍ਰਹਮ ਕਰਮ ਕਰਨ ਦੇ ਲਈ ਪ੍ਰੇਰਦਾ ਹੈ, ਪਰ ਤੁਸੀਂ ਤਾਂ ਕਰਮਕਾਂਡੀ ਪੂਜਾ ਉਹਦੇ ਗਾੜੀ ਬਣਾ ਕੇ ਰੱਖ ਦਿੱਤੇ, ਅਤੇ ਫਿਰ ਉਹਦੇ ਵਿੱਚ ਭਰਮ ਗਿਆ ਅਤੇ ਤੱਤ ਨੂੰ ਉਹਨੇ ਫਿਰ ਨਹੀਂ ਚੀਨਿਆ, ਅਤੇ ਉਹ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਧੂਰਾ ਹੀ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਸਾਰਾ ਸੰਸਾਰ ਪਹਿਲਾਂ ਆਪ ਪੈਦਾ ਕੀਤਾ, ਫਿਰ ਸਾਰੇ ਸੰਸਾਰ ਨੂੰ ਇਸ ਪੂਜ ਦੇ ਵਿੱਚ ਲਗਾ ਦਿੱਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਪ੍ਰਵਾਸੇ ਜੋਰ ਹੈ ਬੂਢੇ ਕਾਲੀ ਧਾਰ। ਜਿਹੜਾ ਇਸ ਪ੍ਰਵਾਸੇ ਦੇ ਵਿੱਚ ਰਹੇਗਾ ਕਿ ਮੂਰਤ ਪੂਜਾ ਦੁਆਰਾ ਮੈਂ ਨਿਰਾਕਾਰ ਸਰੂਪ ਨੂੰ ਪ੍ਰਾਪਤ ਕਰ ਲਵਾਂਗਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬੂਢੇ ਕਾਲੀ ਧਾਰ। ਉਹ ਜਿਵੇਂ ਇੱਕ ਕਾਲੀ ਧਾਰ, ਭਾਵ ਕਿ ਜਿਹਨੂੰ ਅਸੀਂ ਕਾਲ ਕੋਠੜੀ ਵਾਂਗ ਕਹਿ ਸਕਦੇ ਹਾਂ, ਉਹਦੇ ਵਿੱਚ ਹੀ ਭਟਕ ਰਹੇ ਨੇ। ਭਾਵ ਕਿ ਜਿਵੇਂ ਹਨੇਰੇ ਵਿੱਚ ਬੰਦੇ ਕੋਲ ਅੱਖਾਂ ਵੀ ਹੁੰਦੀਆਂ ਨੇ ਪਰ ਫਿਰ ਵੀ ਨਜ਼ਰ ਨਹੀਂ ਆਉਂਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਰਮੇਸ਼ਰ ਦੇ ਪਰਮ ਰੂਪ ਨੂੰ
ਨਾ ਬੁੱਝਣ ਕਰਕੇ ਇਸ ਪੱਧਰ 'ਤੇ ਹੀ ਭਟਕ ਰਹੇ। ਹੁਣ ਇਸ ਲੋਕ ਦਾ ਵਿਚਾਰਕ ਨੁਕਤਾ ਆਪਦੇ ਸਨਮੁਖ ਰੱਖਦੇ ਹਾਂ। ਸਭ ਤੋਂ ਪਹਿਲਾਂ ਜਦੋਂ ਨੁਕਤਾ ਚੱਲਦਾ ਹੈ ਕਿ ਕਬੀਰ ਪਾਹਨ ਪਰਮੇਸ਼ਰ ਕੀਆ, ਉਹਦਾ ਭਾਵ ਇਹ ਹੈ ਕਿ ਖੁਦ ਇਸ ਗੱਲ ਨੂੰ ਮੈਂ ਕੱਲ੍ਹ ਇਸ ਨੁਕਤੇ ਤੋਂ ਵਾਚਣ ਦਾ ਯਤਨ ਕੀਤਾ ਕਿ ਅਸੀਂ ਜਦੋਂ ਇਸ ਗੱਲ ਨੂੰ ਦੂਜੇ ਪੰਥ ਦੇ ਸੰਬੰਧ ਵਿੱਚ ਆਖਦੇ ਹਾਂ ਤਾਂ ਉਦੋਂ ਪ੍ਰਮਾਣਿਕ ਹੋਣਾ ਚਾਹੀਦਾ ਹੈ। ਮਦ ਭਗਵਤ ਗੀਤਾ ਹੈ, ਉਹਦੇ ਵਿੱਚ ਸ਼੍ਰੀ ਕ੍ਰਿਸ਼ਨ ਨੇ ਆਪਣੇ ਕਈ ਰੂਪਾਂ ਦੀ ਆਰਾਧਨਾ ਦੱਸੀ ਹੈ, ਪਰ ਉਹਨਾਂ ਨੇ ਕਿਹਾ ਕਿ ਮੇਰਾ ਉਹ ਰੂਪ ਆਰਾਧੋ ਜਿਹੜਾ ਹਰ ਪਾਸੇ ਰਮਿਆ ਹੋਇਆ ਹੈ। ਇਸੇ ਪ੍ਰਕਾਰ ਉਹ ਹੋਰ ਸੰਬੰਧਾਂ ਦੇ ਵਿੱਚ ਵੀ ਉਹਨਾਂ ਆਖਿਆ ਹੈ। ਤਾਂ ਇਸੇ ਪ੍ਰਕਾਰ ਪਰ ਗੱਲ ਕੀ ਹੈ ਕਿ ਜਿਹੜੀ ਪੂਜਕ ਚੇਤਨਾ ਜਾਂ ਸਾਧਕ ਹਨ, ਉਹ ਉਸ ਪਰਮ ਰੂਪ ਨੂੰ ਪਕੜਨ ਤੋਂ ਅਸਮਰੱਥ ਰਹਿੰਦੇ ਹਨ। ਉਹਦੀ ਹਾਜ਼ਰੀ ਦਾ, ਉਹਦੇ ਜ਼ਹੂਰ ਹੋਣ ਦਾ ਸਭ ਜਗ੍ਹਾ ਅਭਿਆਸ ਨਹੀਂ ਕਰ ਸਕਦੇ। ਇਸ ਕਰਕੇ ਉਹ ਆਪਣੀ ਸਹੂਲਤ ਦੇ ਲਈ ਇੱਕ ਆਕਾਰ ਕੱਢਦੇ ਨੇ ਅਤੇ ਉਹਨੂੰ ਸੰਗਿਆ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਕਰਕੇ ਇੱਕ ਅੰਗਰੇਜ਼ ਹੋਇਆ ਰੁਡੋਲਫ ਫਰੈਂਕ, ਉਹਨੇ 30-40 ਸਾਲ ਇਸ ਵਿਸ਼ੇ 'ਤੇ ਰਿਸਰਚ ਕੀਤੀ। ਉਹਨੇ ਬੜੇ ਡੀਪ ਸਿੱਟੇ ਕੱਢ ਕੇ ਦੱਸੇ। ਉਹ ਕਹਿੰਦਾ ਮੂਰਤੀ ਦਾ ਸਭ ਤੋਂ ਪਹਿਲਾ ਨੁਕਤਾ ਇਹ ਹੈ ਕਿ ਇਹਦੇ ਵਿੱਚ ਬੰਦਾ ਡੂਅਲ ਹੋ ਜਾਂਦਾ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਰੱਬ ਰੂਪ ਹਾਂ ਜਾਂ ਪਰਮੇਸ਼ਰ ਦੀ ਜੋਤ ਸੱਤਾ ਸਾਡੇ ਅੰਦਰ ਹੀ ਵਾਸ ਕਰਦੀ ਹੈ। ਕਹਿੰਦਾ ਫਿਰ ਉਸ ਜੋਤ ਸੱਤਾ ਦੀ ਪੂਜਾ ਕਰਨ ਦੇ ਲਈ ਦੂਜਾ ਰੂਪ ਬਣਾਉਣਾ ਕਿਉਂ ਜ਼ਰੂਰੀ ਹੈ? ਪਹਿਲਾ ਤਾਂ ਕਾਰਨ ਇਹ ਹੈ ਕਿ ਜਦੋਂ ਮਨੁੱਖ ਮੂਰਤੀ ਪੂਜਾ ਪੈਦਾ ਕਰਦਾ ਹੈ, ਇਹਦਾ ਮਤਲਬ ਹੈ ਉਹ ਅਧਿਆਤਮ ਦੇ ਵਿੱਚ ਡੂਅਲ ਚੱਲ ਰਿਹਾ। ਡੂਅਲ ਦਾ ਮਤਲਬ ਦਵੈਤ, ਕਿ ਹੋਣਾ ਤਾਂ ਇੱਕ ਹੈ ਪਰ ਇਹਨੇ ਆਪਣੀ ਪੂਜਾ ਵੀ ਉਹ ਸ਼ੁਰੂ ਕਰ ਲਈ ਜਿਹਦੇ ਵਿੱਚ ਇਹ ਦਵੈਤ ਹੈ। ਇਸ ਕਰਕੇ ਕਹਿੰਦੇ ਤਾਂ ਕਰਕੇ ਫਿਰ ਉਹ ਇਸ ਕਰਕੇ ਕਿਉਂ ਅਪਣਾਉਂਦਾ ਹੈ, ਜਿਹੜਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਦੇ ਕਰਮ ਨੂੰ ਨਿੰਦਿਤ ਕਰ ਰਹੇ ਹਾਂ। ਇਹਦਾ ਮਤਲਬ ਹੈ ਕਿ ਕਰਮ ਦੀ ਦੀਰਘ ਸੋਝੀ ਨਹੀਂ ਹੈ ਕਿ ਜਿਵੇਂ ਉਸ ਪੂਜਾ ਦਾ, ਕਿਉਂਕਿ ਦੂਜੇ ਦੀ ਪੂਜਾ ਕਰਨੀ ਆਸਾਨ ਹੈ, ਉਹਦੇ ਗਲ ਸਭ ਕੁਝ ਕਰਨਾ ਆਸਾਨ ਹੈ, ਪਰ ਆਪਣੇ ਆਪ ਨੂੰ ਜਦ ਪੂਜਕ ਬਣਾਉਣਾ। ਇਸ ਕਰਕੇ ਤਾਂ ਕਰਕੇ ਕਿਹਾ ਨਾ ਗੁਰਬਾਣੀ ਦੇ ਵਿੱਚ ਕਿ ਜਿਹੜੀ ਪੂਜਾ ਹੈ ਉਹਦੇ ਲਈ ਤੈਨੂੰ ਸਾਰਾ ਕੁਝ ਉਪਲਬਧ ਹੋਇਆ ਹੈ। ਅਤੇ ਗੁਰਬਾਣੀ 'ਚ ਕਿੱਡਾ ਵੱਡਾ ਰੂਪ ਆਉਂਦਾ ਪੂਜਾ ਦਾ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਉਹਦੇ ਵਿੱਚ ਕੀ ਆਉਂਦਾ ਹੈ? ਹੁਣ ਦੇਖੋ, ਅਸੀਂ ਕਿਸੇ ਦੇ ਪ੍ਰਤੀ ਕਿਸੇ ਦਾ ਕੋਈ ਗਿਆਨ ਪ੍ਰਗਟ ਕਰਨਾ ਹੋਵੇ, ਨਾ ਸਾਨੂੰ ਚਿੱਤਰਕਾਰੀ ਆਉਂਦੀ ਹੈ, ਨਾ ਸਾਨੂੰ ਉਹਦੀ ਸ਼ਕਲ ਪੂਰੀ ਤਰ੍ਹਾਂ ਯਾਦ ਹੈ, ਕੁਝ ਵੀ ਯਾਦ ਨਹੀਂ ਹੈ, ਤਾਂ ਪਰ ਫਿਰ ਵੀ ਬੰਦੇ ਨੂੰ ਉਹਦਾ ਗਿਆਨ ਦ੍ਰਿੜ ਕਰਾਉਣਾ ਕੀ ਢੰਗ ਅਪਣਾਵਾਂਗੇ? ਫਿਰ ਸਾਡੇ ਕੋਲ ਉਹਦਾ ਕੋਈ ਤਸਵੀਰ ਵੀ ਨਹੀਂ ਹੈ, ਕੁਝ ਵੀ ਨਹੀਂ ਹੈ ਉਹਦਾ, ਤਾਂ ਫਿਰ ਕੀ ਕਹਾਂਗੇ? ਫਿਰ ਉਹਦੇ ਨਕਸ਼ ਦਾ ਸਮਰਨ ਦਿਲਾਵਾਂਗੇ। ਸਮਰਨ ਦਾ ਮਤਲਬ ਉਹਨੂੰ ਦੱਸਾਂਗੇ ਕਿ ਉਹਦੇ ਇਵੇਂ ਦਾ ਦੇਖਿਆ, ਉਹਨੂੰ ਇਹਦੀ ਰੂਪ ਰੇਖਾ ਇਵੇਂ ਦੀ ਹੈ। ਫਿਰ ਉਹਨੂੰ ਦੇਖ ਕੇ ਉਹ ਆਪਣੀ ਇੱਕ ਕਲਪਨਾ ਕਰੇਗਾ ਅਤੇ ਹੋ ਸਕਦਾ ਸਾਡੀ ਕਲਪਨਾ ਨਾਲੋਂ ਇੱਕ ਵੱਡਾ ਰੂਪ, ਜ਼ਿਆਦਾ ਵਧੀਆ ਰੂਪ ਬਣਾ ਲਏ, ਕਿਉਂਕਿ ਉਹਦੀ ਕਲਪਨਾ ਸਾਡੇ ਨਾਲੋਂ ਜ਼ਿਆਦਾ ਵਧੀਆ ਹੋ ਸਕਦੀ ਦੱਸਣ ਵਾਲੇ ਦੀ। ਇਸ ਕਰਕੇ ਜਦੋਂ ਅਸੀਂ ਪ੍ਰਭੂ ਦੇ ਗੁਣਾਂ ਦਾ ਕੇਵਲ ਕੀਰਤਨ ਕਰਦੇ ਹਾਂ ਤਾਂ ਕੀਰਤਨ ਦਾ ਭਾਵ ਹੈ ਕਿ ਜਿਹਦੀ ਜਿੰਨੀ ਪੂਜਾ ਗਹਿਰੀ ਹੋਏਗੀ ਉਹ ਓਨਾ ਜ਼ਿਆਦਾ ਪਰਮੇਸ਼ਰ ਦੇ ਰੂਪ ਨੂੰ ਗਹਿਰਾ ਬੁੱਝੇਗਾ ਅਤੇ ਉਹਦੀ ਵੱਡੀ ਮੂਰਤ ਆਪਣੇ ਅੰਦਰ ਕਲਪੇਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਰ ਜਿਹੜੇ ਇਸ ਗੱਲ ਤੋਂ ਅਣਜਾਣ ਹਨ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਗੱਲ ਤੋਂ ਅਣਜਾਣ ਕਰਨ ਵਾਲੇ ਉਸ ਰੂਪ ਨੂੰ ਅੰਜਾਮ ਦੇ ਲੈਂਦੇ ਹਨ, ਉਹਦੀ ਪੂਜਾ ਵਿੱਚ ਪੈ ਰਹਿੰਦੇ ਨੇ। ਪਹਿਲਾ ਨੁਕਤਾ ਕਿ ਮੂਰਤੀ ਦਵੈਤ ਪੈਦਾ ਕਰਦੀ ਹੈ। ਦੂਜਾ ਕਾਰਨ, ਜਿਸ ਅਧਿਆਤਮਿਕਤਾ ਦਾ ਰੂਪ ਆ ਸਾਨੂੰ ਗੁਰਬਾਣੀ ਦੁਆਰਾ ਸਮਝ ਆਉਂਦਾ ਹੈ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਮੂਰਤ ਤੋਂ ਅਮੂਰਤ ਵੱਲ ਜਾਣਾ ਹੈ। ਇਸ ਕਰਕੇ ਜਦੋਂ ਪਰਮੇਸ਼ਰ ਨੇ ਬੰਦੇ ਦੀ ਘਾੜਤ ਘੜੀ ਹੈ ਤਾਂ ਕੁਰਾਨ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਪਰਮੇਸ਼ਰ ਨੇ ਅੱਲਾਹ ਤਾਲਾ ਨੇ ਬੰਦੇ ਨੂੰ ਆਪਣੇ ਆਪ ਵਰਗਾ ਘੜਿਆ ਹੈ। ਇਸ ਕਰਕੇ ਜੇ ਉਹ ਆਪਣੇ ਆਪ ਦੀ ਤਲਾਸ਼ ਕਰਦਾ ਹੈ ਤਾਂ ਇਸ ਮੂਰਤ ਦੇ ਵਿੱਚੋਂ ਹੀ ਉਹਨੂੰ ਪਰਮ ਮੂਰਤ ਨਜ਼ਰ ਆਏਗੀ, ਇਸ ਸਰੀਰ ਦੇ ਆਕਾਰ ਵਿੱਚੋਂ ਹੀ ਉਹਨੂੰ ਨਿਰਾਕਾਰ ਨਜ਼ਰ ਆਏਗਾ। ਹੁਣ ਇਹ ਦੋ ਨੁਕਤੇ ਆਪਦੇ ਸਨਮੁਖ ਅਰਜ਼ ਕਰਦਿਆਂ, ਇਸ ਮੂਰਤ ਦੇ ਵਿੱਚੋਂ ਪਰਮ ਮੂਰਤ ਕਿਵੇਂ ਨਜ਼ਰ ਆਏਗੀ? ਹੁਣ ਉਦਾਹਰਨ ਦੇ ਤੌਰ 'ਤੇ ਪ੍ਰਭੂ ਦੇ ਜਿੰਨੇ ਗੁਣ ਅਸੀਂ ਜਾਣਦੇ ਹਾਂ, ਉਹ ਗੁਣ ਕਿਸੇ ਇੱਕ ਬੰਦੇ ਦੇ ਵਿੱਚ ਕੰਪਲੀਟ ਨਹੀਂ ਮਿਲਦੇ ਅਤੇ ਨਾ ਅਜੇ ਤੱਕ ਹੋਏ ਨੇ। ਪੈਗੰਬਰੀ ਰੱਬੀ ਸ਼ਖਸੀਅਤਾਂ ਦੇ ਅੰਦਰ ਉਹ ਅਨੰਤ ਗੁਣਾਂ ਦੀ ਜਿਹੜਾ ਸਮਾਵੇਸ਼ ਚੱਲਦਾ ਆਇਆ ਹੈ। ਇਸ ਕਰਕੇ ਆਪਣੀ ਮੂਰਤ ਤੋਂ ਪਰਮ ਮੂਰਤ ਦਾ ਭਾਵ ਕੀ ਹੈ ਕਿ ਜਦੋਂ ਅਸੀਂ ਉਸ ਮੂਰਤ ਦੇ ਗੁਣਾਂ ਨੂੰ ਹਰੇਕ ਜੀਵ ਦੇ ਅਭਿਆਸ ਵਿੱਚ ਦੇਖਦੇ ਹਾਂ, ਜਿਵੇਂ ਗੁਰਬਾਣੀ ਵਿੱਚ ਵਾਕ ਆਉਂਦਾ ਨਾ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਏਤੇ ਗੁਣ ਏਤੀਆਂ ਚੰਗਿਆਈਆਂ, ਕਿ ਹਰੇਕ ਮਨੁੱਖ ਇੱਕ ਚੰਗਿਆਈ ਦਾ ਪ੍ਰਕਾਸ਼ ਕਰ ਰਿਹਾ ਧਰਤੀ 'ਤੇ।
ਹਰੇਕ ਮਨੁੱਖ ਦੇ ਆਕਾਰ ਵਿੱਚੋਂ ਕਿਸੇ ਨਾ ਕਿਸੇ ਗੁਣ ਦੀ, ਕਿਸੇ ਨਾ ਕਿਸੇ ਵਿਸ਼ੇਸ਼ਤਾ ਦੀ ਝਲਕ ਪੈ ਰਹੀ ਹੈ। ਇਸ ਕਰਕੇ ਫਿਰ ਸਾਜਿਆ ਜਾਂਦਾ ਕਿ ਉਹ ਮੂਰਤ ਕਿੱਡੀ ਵੱਡੀ ਹੋਏਗੀ ਕਿ ਇੱਕ ਬੰਦੇ ਦਾ ਇੱਕ ਗੁਣ ਦੇ ਨਾਲ ਹੀ ਉਹਦੀ ਸਾਰੀ ਜ਼ਿੰਦਗੀ ਸਵਰ ਗਈ, ਅਤੇ ਜਿਸ ਪਰਮ ਮੂਰਤ ਤੋਂ ਇਹ ਸਾਰੇ ਗੁਣ ਆਏ ਹਨ ਉਹਦੀ ਕਿੱਡੀ ਵੱਡੀ ਮੂਰਤ ਹੋਏਗੀ। ਇਹਨੂੰ ਕਹਿੰਦੇ ਨੇ ਪ੍ਰਭੂ ਦਾ ਗੁਣ ਅਭਿਆਸ ਕਰਕੇ ਉਹਦੀ ਮੂਰਤ ਦਾ ਇੱਕ ਨਕਸ਼ ਘੜਨਾ। ਅਤੇ ਉਹ ਨਕਸ਼ ਵੀ ਕੋਈ ਇਹੀ ਗੱਲ ਹੈ। ਹੁਣ ਮਸਲਾ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੇ ਬਾਹਰੀ ਰੂਪ ਬਣਾਉਂਦੇ ਹਾਂ, ਪਰ ਪੂਜਾ ਦਾ ਅਸਲ ਮਤਲਬ ਇਹੀ ਹੁੰਦਾ ਹੈ ਕਿ ਮਨੁੱਖ ਅੰਤਰੀਵ ਹੋਵੇ। ਇਸ ਕਰਕੇ ਸਨਾਤਨ ਮੱਤ ਜੇ ਗ੍ਰੰਥ ਦੇ ਵਿੱਚ ਹਵਾਲਾ ਆਉਂਦਾ ਹੈ ਕਿ ਜਿਹੜਾ ਸਾਧਕ ਗਹਿਰਾ ਹੁੰਦਾ ਜਾਏਗਾ ਉਹਦੀ ਸਾਹਮਣੇ ਵਾਲੀ ਤਾਂ ਕਿ ਉਹਦੀ ਆਪਣੀ ਮੂਰਤ ਵੀ ਛੁੱਟਦੀ ਜਾਏਗੀ। ਇੱਕ ਪ੍ਰਮਾਣ ਆਪਦੇ ਸਨਮੁਖੋਂ ਸਕੰਦ ਉਹਦੇ ਵਿੱਚ ਭਗਤਮਾਲਾ ਦੇ ਵਿੱਚ ਜ਼ਿਕਰ ਆਉਂਦਾ ਹੈ, ਜਿਹੜੀ ਉਹਨਾਂ ਨੇ ਬਹੁਤ ਸਾਰੇ ਭਗਤਾਂ ਦੀ ਲਿਖੀ ਹੋਈ ਹੈ। ਉਹਦੇ ਵਿੱਚ ਜ਼ਿਕਰ ਆਉਂਦਾ, ਕੋਈ ਕਹਿੰਦੇ ਸਾਧੂ ਕਿਸੇ ਜੰਗਲ ਵਿੱਚ ਰਹਿੰਦਾ ਸੀ, ਇੱਕ ਝੌਂਪੜੀ ਬਣਾਈ ਹੋਈ ਸੀ। ਮਤਲਬ ਉਹਨੇ ਦੱਸਿਆ ਕਿ ਇਸ ਤਰ੍ਹਾਂ ਦਾ ਸਾਧਕ ਹੋਵੇ। ਉਸ ਝੌਂਪੜੀ ਵਿੱਚ ਰਹਿੰਦਾ ਸੀ ਅਤੇ ਕੋਈ ਉਸ ਝੌਂਪੜੀ ਨੂੰ ਦਰਵਾਜ਼ਾ ਦਰਵਾਜ਼ਾ ਆਦਿਕ ਵੀ ਨਹੀਂ ਸੀ, ਠੀਕ ਉਸ ਤਰ੍ਹਾਂ ਹੀ ਛੋਟੀ ਜਿਹੀ ਬਣੀ ਹੋਈ ਸੀ। ਕੋਈ ਆਉਂਦਾ ਜਾਂਦਾ ਨਹੀਂ ਸੀ ਉੱਥੇ, ਆਰਾਮ ਨਾਲ ਉਹ ਆਪਣੀ ਸਾਧਨਾ ਭਗਤੀ ਕਰਦਾ ਰਹਿੰਦਾ ਸੀ। ਕੁਝ ਦਿਨ ਕੁਝ ਸੈਨਿਕ ਜਿਹੜੇ ਰਸਤਾ ਭੁੱਲ ਗਏ, ਚੱਲਦੇ ਚੱਲਦੇ ਉਸ ਜੰਗਲ ਵਿੱਚ ਜਾ ਵੜੇ। ਝੌਂਪੜੀ ਦੇਖ ਕੇ ਉਹਨਾਂ ਨੂੰ ਉਮੀਦ ਕਿਰਨ ਜਾਗੀ ਕਿ ਸ਼ਾਇਦ ਇੱਥੇ ਕੋਈ ਟਿਕਾਣਾ ਮਿਲੇਗਾ। ਉੱਥੇ ਜਾ ਕੇ ਦੇਖਿਆ ਕੋਈ ਦਰਵਾਜ਼ਾ ਤਾਂ ਹੈ ਨਹੀਂ। ਤਾਂ ਉਹਨੂੰ ਜਾ ਕੇ ਆਵਾਜ਼ ਦਿੱਤੀ ਕਿ ਅਸੀਂ ਕੀ ਇਸ ਝੌਂਪੜੀ ਦੇ ਵਿੱਚ ਤੇਰੀ ਕੁਟੀਆ ਵਿੱਚ ਠਹਿਰ ਸਕਦੇ ਹਾਂ? ਕਹਿੰਦਾ ਇੱਥੇ ਕੇਵਲ ਇੱਕ ਦੇ ਰਹਿਣ ਦੀ ਥਾਂ ਦੋ ਬੰਦੇ ਇੱਥੇ ਰਹਿ ਨਹੀਂ ਸਕਦੇ। ਕਹਿੰਦਾ ਕੀ ਕਰਦਾ? ਕਹਿੰਦਾ ਭਗਤੀ ਕਰਦਾ ਹੈ। ਉਹ ਸੈਨਿਕ ਕਹਿਣ ਲੱਗੇ ਫਿਰ ਮੂਰਤੀ ਤੋਂ ਬਿਨਾਂ ਪੂਜਾ ਭਗਤੀ ਕਾਹਦੀ ਹੋ ਸਕਦੀ ਹੈ? ਚੱਲ ਜੇ ਤੂੰ ਸਾਨੂੰ ਠਹਿਰਨ ਲਈ ਥਾਂ ਨਹੀਂ ਦੇ ਸਕਦਾ, ਅਸੀਂ ਤੇਰੀ ਮਦਦ ਕਰਦੇ ਹਾਂ। ਉਹ ਕੁਝ ਦਿਨਾਂ ਬਾਅਦ, ਇੱਕ ਦੋ ਦਿਨ ਬਾਅਦ ਇੱਕ ਮੂਰਤੀ ਲੈ ਕੇ ਉਹਦੇ ਕੋਲ ਚਲੇ ਗਏ, ਅਤੇ ਜਦੋਂ ਉਹਨੇ ਝੌਂਪੜੀ ਖੋਲ੍ਹੀ ਦੇਖਿਆ ਤਾਂ ਕਹਿਣ ਲੱਗੇ ਕਿ ਆਹ ਮੂਰਤੀ ਲੈ ਕੇ ਆਏ ਹਾਂ, ਇਹਦੇ ਨਾਲ ਤੂੰ ਆਪਣੀ ਪੂਜਾ ਆਦਿਕ ਦੇ ਕਰਮ ਕਰ ਸਕਦਾ ਹੈ। ਜਦੋਂ ਉਹਨਾਂ ਨੇ ਪਹਿਲਾਂ ਤਾਂ ਉਹਨੂੰ ਦੇਖਿਆ ਨਹੀਂ ਸੀ, ਕੇਵਲ ਆਵਾਜ਼ ਸੁਣੀ ਸੀ। ਜਦੋਂ ਹੁਣ ਦੁਬਾਰਾ ਕਹਿਣ ਲੱਗਾ ਇੱਥੇ ਦੋਵਾਂ ਜੋਗੀ ਥਾਂ ਨਹੀਂ ਹੈ। ਤਾਂ ਜਦੋਂ ਇਹ ਗੱਲ ਕਹਿ ਰਿਹਾ ਸੀ ਤਾਂ ਉਹ ਆਪਣੇ ਸਰੀਰ ਵੱਲ ਇਸ਼ਾਰਾ ਕਰ ਰਿਹਾ ਸੀ, ਹਿਰਦੇ ਵੱਲ ਇਸ਼ਾਰਾ ਕਰ ਰਿਹਾ ਸੀ। ਫਿਰ ਉਹ ਸੈਨਿਕ ਇਸ ਗੱਲ ਦੇ ਭਾਵ ਨੂੰ ਬੁੱਝ ਗਏ ਕਿ ਇਹ ਮੈਂ ਦੀ ਮੂਰਤੀ ਦੀ ਗੱਲ ਕਰ ਰਿਹਾ ਸੀ ਕਿ ਇਸ ਸਰੀਰ ਦੇ ਵਿੱਚ ਇੱਕ ਹੀ ਮੂਰਤ ਹੋ ਸਕਦੀ ਹੈ ਅਤੇ ਉਹ ਪ੍ਰਭੂ ਦੀ ਹੈ। ਦੂਜੀ ਮੂਰਤੀ ਦੀ ਕਲਪਨਾ ਵੀ ਨਹੀਂ ਹੋ ਸਕਦੀ, ਉਹ ਚਾਹੇ ਪੂਜਾ ਕਰਕੇ ਹੋਵੇ ਚਾਹੇ ਕਿਸੇ ਹੋਰ ਅਭਿਆਸ ਕਰਕੇ ਹੋਵੇ। ਭਾਵ ਕਿ ਇਸ ਹਿਰਦੇ ਵਿੱਚ ਜਿਹੜੀ ਮੂਰਤੀ ਦਾ, ਜਿਸ ਪਰਮੇਸ਼ਰ ਦੀ ਪੂਜਾ ਦਾ ਅਭਿਆਸ ਕਰਨਾ ਹੈ, ਉਹ ਕੇਵਲ ਇੱਕ ਹੀ ਹੋ ਸਕਦਾ, ਉਹਦਾ ਦੂਜਾ ਰੂਪ ਨਹੀਂ ਚਿਤਵਿਆ ਜਾ ਸਕਦਾ। ਇਹ ਭਗਤਮਾਲਾ ਪੁਰਾਣ 'ਚ ਗੱਲ ਆਉਂਦੀ ਹੈ। ਇਹਦਾ ਉਹਨਾਂ ਨੇ ਗਿਆਨ ਇਹ ਬਣਾਇਆ ਹੋਇਆ ਹੈ ਕਿ ਮਨੁੱਖ, ਹੁਣ ਦੇਖੋ ਅਸੀਂ ਆਪਣੇ ਮੂਰਤੀ ਦੇ ਅਭਿਆਸ ਵਿੱਚ ਅਸੀਂ ਆਪ ਹੀ ਜਿਉਂਦੇ ਹਾਂ। ਕਿਵੇਂ ਇਸ ਨੂੰ ਉਹਨਾਂ ਦੇ ਗ੍ਰੰਥਾਂ ਵਿੱਚ ਦ੍ਰਿੜ ਕਰਵਾਇਆ ਗਿਆ। ਅਸੀਂ ਕਿੰਨੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਨਕਸ਼ਾਂ ਦੇ ਵਿੱਚ ਕੈਦ ਹਾਂ। ਇੱਕ ਨਕਸ਼ ਹੈ ਸਾਡਾ ਗੁਣਾਂ ਵਾਲਾ, ਇੱਕ ਹੈ ਅਵਗੁਣਾਂ ਵਾਲਾ, ਇੱਕ ਹੈ ਵੱਖੋ ਵੱਖ ਜਿਹੜੇ ਸਾਡੇ ਜੀਵਨ ਦੇ ਪੱਖ ਨੇ। ਜਿਵੇਂ ਅਸੀਂ ਕਿਸੇ ਦੇ ਚਿੱਤ ਵਿੱਚ ਇਉਂ ਵਸੇ ਹੋ ਸਕਦੇ ਹਾਂ ਕਿ ਜੋ ਸਾਨੂੰ ਬੁਰਾ ਸਮਝਦਾ ਹੁੰਦਾ ਹੈ, ਕੋਈ ਚੰਗਾ ਸਮਝਦਾ, ਕੋਈ ਪੁੰਨੀ ਸਮਝਦਾ, ਕੋਈ ਪਾਪੀ ਸਮਝਦਾ ਹੈ। ਅਤੇ ਉਸ ਭਗਤਮਾਲਾ ਪੁਰਾਣ ਦੇ ਵਿੱਚ ਲਿਖਿਆ ਕਿ ਜਿਹੜਾ ਬੰਦਾ ਪਹਿਲਾਂ ਹੀ ਆਪਣੇ ਕਰਮ ਦੇ ਅਭਿਆਸ ਕਰਕੇ ਇੰਨੇ ਸਾਰੇ ਨਕਸ਼ਾਂ ਦਾ ਮਨੁੱਖਾਂ ਦੀ ਸਿਮਰਤੀ ਦੇ ਵਿੱਚ ਕੈਦ ਹੋ ਗਿਆ ਹੈ, ਜੇ ਉਹਨੇ ਪੂਜਾ ਦਾ ਇੱਕ ਹੋਰ ਵਿਧਾਨ ਇਵੇਂ ਦਾ ਸਿਰਜ ਲਿਆ ਤਾਂ ਉਹ ਤਾਂ ਸਮਝ ਲਓ ਫਿਰ ਅਗਿਆਨ ਨੂੰ ਹੋਰ ਗਹਿਰਾ ਲਿਜਾ ਰਿਹਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ ਜਗਤ ਦੀ ਤਰਾਸਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਹਨ ਪਰਮੇਸ਼ਰ ਕੀਆ। ਇਸ ਕਰਕੇ ਹੁਣ ਇਹਦੇ ਵਿੱਚ ਇੱਕ ਦੂਜਾ ਨੁਕਤਾ ਹੈਗਾ। ਤੀਜਾ ਨੁਕਤਾ ਇਹ ਹੈ ਕਿ ਜਿਹੜੀ ਮਨੁੱਖੀ ਸਾਜਣਾ ਹੈ ਉਹ ਭਾਵੇਂ ਕਿੰਨੀ ਵੀ ਉਚੇਰੀ ਕਿਉਂ ਨਾ ਬਣਾਵੇ, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਰਹੇਗੀ। ਹੁਣ ਉਦਾਹਰਨ ਦੇ ਤੌਰ 'ਤੇ ਜਿਵੇਂ ਅਫਰੀਕਨ ਲੋਕ ਨੇ, ਉਹਨਾਂ ਅੰਦਰ ਰੱਬ ਦੀ ਕਲਪਨਾ ਉਪਜੀ, ਉਹ ਰੱਬ ਦਾ ਰੰਗ ਕਾਲਾ ਬਣਾਉਣਗੇ ਆਪਣੇ ਵਰਗਾ, ਜਿਵੇਂ ਦਾ ਨਕਸ਼ ਆਪਣਾ ਹੈ। ਅਮਰੀਕਨ ਲੋਕਾਂ ਅੰਦਰ, ਬ੍ਰਿਟਿਸ਼ ਲੋਕਾਂ ਅੰਦਰ ਜਿਵੇਂ ਦਾ ਈਸਾ ਦਾ ਰੂਪ ਬਣਿਆ, ਉਹ ਜ਼ਿਆਦਾ ਗੋਰਾ ਬਣੇਗਾ। ਏਸ਼ੀਅਨ ਲੋਕਾਂ ਦੇ ਵਿੱਚ ਹੋਰ ਤਰ੍ਹਾਂ ਦਾ ਬਣੇਗਾ। ਫਿਰ ਉਦਾਹਰਨ ਦੇ ਤੌਰ 'ਤੇ ਜਿਹੜਾ ਅਫਰੀਕਾ ਦਾ ਬਣਾਇਆ ਹੋਇਆ ਮੂਰਤੀ ਰੂਪ ਰੱਬ ਹੈ, ਜਦੋਂ ਉਹ ਬ੍ਰਿਟਿਸ਼ ਲੋਕ ਜਾਂ ਕਿਸੇ ਬਰਤਾਨੀਆ ਸਮਾਜ ਵਿੱਚ ਜਾਏਗਾ, ਉੱਥੇ ਉਹ ਪ੍ਰਵਾਨ ਨਹੀਂ ਹੋਏਗਾ। ਉਹਨਾਂ ਕਹਿਣਾ ਸਾਡਾ ਭਗਵਾਨ ਤਾਂ ਕਾਲਾ ਨਹੀਂ ਹੋ ਸਕਦਾ, ਕਿਉਂਕਿ ਜੇ ਸਾਡੀ ਚਮੜੀ ਗੋਰੀ ਹੈ ਤਾਂ ਸਾਡਾ ਭਗਵਾਨ ਵੀ ਗੋਰਾ ਹੋਏਗਾ। ਇਸ ਕਰਕੇ ਕਹਿੰਦੇ ਇਹ ਡੂਅਲ ਹੀ ਰਹਿੰਦੀ ਹੈ। ਇਸ ਕਰਕੇ ਜਿੰਨੇ ਵੀ ਅਜੇ ਤੱਕ ਨਕਸ਼ ਘੜੇ ਗਏ ਹਨ, ਮੈਂ ਕੁਝ ਸਮਾਂ ਪਹਿਲਾਂ ਹੀ ਸ਼੍ਰੀ ਕ੍ਰਿਸ਼ਨ ਦੇ ਜੀਵਨ 'ਤੇ ਕਿਤਾਬ ਪੜ੍ਹੀ ਸੀ, ਦਾ ਕ੍ਰਿਸ਼ਨਾ ਹੂ ਲਿਵਡ ਐਜ਼ ਏ ਮੈਨ। ਉਹਦੇ ਵਿੱਚ ਉਹਨੇ ਦੱਸਿਆ ਹੋਇਆ ਉਸ ਲੇਖਕਾਂ ਨੇ ਕਿ ਕਿੱਡਾ ਵੱਡਾ ਉਹਦਾ ਰੂਪ ਹੈ।
ਤੇ ਜੇ ਉਹਨੂੰ ਮੈਨ ਰੂਪ ਦੇ ਵਿੱਚ ਦੇਖਣਾ ਤੇ ਇਸ ਤਰ੍ਹਾਂ ਦੇਖੋ। ਇਹ ਨਹੀਂ ਕਿ ਜਿਹੜੀ ਤੁਹਾਡੀ ਆਪਣੀ ਸੀਮਤ ਚੇਤਨਾ ਨੇ ਜਿਵੇਂ ਦਾ ਉਹਨਾਂ ਨੂੰ ਕਲਪ ਲਿਆ ਉਵੇਂ ਦਾ ਉਹਨੂੰ ਕਰ ਲਓ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀ ਹੈ। ਇਹ ਸਮੱਸਿਆ ਅੱਜ ਦੀ ਨਹੀਂ ਹੈ, ਇਹ ਆਰੰਭ ਤੋਂ ਚੱਲੀ ਆ ਰਹੀ ਹੈ। ਕਿਸ ਪ੍ਰਕਾਰ ਜਦ ਭਗਤ ਪ੍ਰਹਿਲਾਦ ਹਰਨਾਕਸ਼ ਦੇ ਘਰੇ ਪ੍ਰਗਟ ਹੋ ਗਏ ਤਾਂ ਉਹਦਾ ਪਿਤਾ ਕਹਿੰਦਾ ਕਿ ਮੈਨੂੰ ਪੂਜ, ਕਿ ਮੈਨੂੰ ਰੱਬ ਦੇ ਵਰਦਾਨ ਮਿਲੇ ਨੇ। ਪਰ ਉਹ ਕੀ ਹੈ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ। ਉਹ ਰਾਮ ਦਾ ਅਭਿਆਸ ਕਰਦੇ ਨੇ, ਮੇਰੇ ਪੱਟੀਆ ਲਿਖ ਦਿਓ ਰਾਮ ਗੋਪਾਲ ਇਸ ਪ੍ਰਕਾਰ। ਉਹ ਰਾਮ ਦਾ ਅਭਿਆਸ ਕਰਦੇ ਨੇ ਭਗਤ ਪ੍ਰਹਿਲਾਦ। ਉਹਨਾਂ ਦਾ ਪਿਤਾ ਕਹਿੰਦਾ ਕਿ ਜਿਹੜੀ ਮੇਰੀ ਮੂਰਤ ਬਣਾਈ ਹੋਈ ਹੈ, ਭਾਵ ਉਹਨੇ ਆਪਣੀ ਮੂਰਤੀਆਂ ਵੀ ਸਥਾਪਿਤ ਕਰਵਾ ਦਿੱਤੀਆਂ ਸਨ, ਇਹਨੂੰ ਪੂਜ। ਜਦੋਂ ਹੀ ਉਹਦੇ ਤੋਂ ਉਹਨਾਂ ਨੇ ਇਨਕਾਰ ਕੀਤਾ ਉਦੋਂ ਹੀ ਉਹਨਾਂ ਦੇ ਵਿੱਚ ਝਗੜਾ ਉਤਪੰਨ ਹੋ ਗਿਆ। ਅਤੇ ਫਿਰ ਉਹਨਾਂ ਨੇ ਪਰਮੇਸ਼ਰ ਦੀ ਜਿਹੜੀ ਨਿਰੋਲ ਭਗਤੀ ਕਰਨ ਵਾਲਾ, ਨਿਰਗੁਣ ਸਰੂਪ ਦੀ ਭਗਤੀ ਕਰਨ ਵਾਲਾ ਭਗਤ ਹੈ, ਉਹਨੂੰ ਖਤਮ ਵੀ ਕਰਨਾ ਚਾਹੇ। ਇਸ ਕਰਕੇ ਆਰੰਭ ਦਾ ਹੀ ਚੱਲਿਆ ਆ ਰਿਹਾ ਹੈ। ਇੱਕ ਹੋਰ ਗੱਲ, ਕੁਝ ਲੋਕ ਜਿਹੜੇ, ਕਿਉਂਕਿ ਜਦੋਂ ਵਿਚਾਰ ਚੱਲਦੀ ਹੈ ਉਦੋਂ ਅਸੀਂ ਕਿਸੇ ਦਾ ਇਹ ਨਹੀਂ ਕਿ ਸਿਧਾਂਤਕ ਨੁਕਤੇ ਤੋਂ ਕੁਝ ਇਸ ਤਰ੍ਹਾਂ ਕਰ ਲਈਏ। ਗੁਰਬਾਣੀ ਦੇ ਵਿੱਚ ਭਗਤ ਰਾਮਾਨੰਦ ਜੀ ਭਗਤੀ ਟਰਡੀਸ਼ਨ ਦੇ ਸਭ ਤੋਂ ਪ੍ਰਮੁੱਖ ਭਗਤ ਨੇ ਔਰ ਨਿਰੋਲ ਬ੍ਰਾਹਮਣ ਧਰਮ ਦੇ ਨਾਲ ਸੰਬੰਧਿਤ ਨੇ। ਉਹਨਾਂ ਨੇ ਆਪਣੇ ਜੀਵਨ ਦਾ ਸਿਖਰਲਾ ਅਨੁਭਵ ਗੁਰਬਾਣੀ ਦੇ ਵਿੱਚ ਰੱਖਿਆ ਹੈ। ਕਤ ਜਾਈਐ ਰੇ ਕਰ ਲਾਗੋ, ਰੰਗ ਮੇਰਾ ਚਿੱਤ ਨਾ ਚਲੈ ਮਨ ਭਇਓ ਭੰਗ। ਕਹਿੰਦੇ ਵੇਖੋ ਉਹਦੀ ਪੂਜਾ ਦਾ ਕਮਾਲ ਦੇਖੋ ਕਿ ਹੁਣ ਕੋਈ ਐਸਾ ਆਕਾਰ, ਕੋਈ ਐਸਾ ਸਥਾਨ ਰਹਿ ਹੀ ਨਹੀਂ ਗਿਆ। ਕਹਿੰਦੇ ਊਹਾਂ ਤਉ ਜਾਈਐ ਜਉ ਈਹਾਂ ਨਾ ਹੋਏ, ਗੁਰ ਬ੍ਰਹਮ ਬਤਾਇਓ ਮਨ ਹੀ ਮਾਹੇ। ਕਿ ਜਿਸ ਪੂਜਾ ਕਰਕੇ ਦੂਜੇ ਰੂਪ ਨੂੰ ਘੜਨਾ ਪੈਂਦਾ ਸੀ ਉਹ ਵੀ ਜਾਂਦਾ ਰਿਹਾ, ਜਿਸ ਸਿਮਰਨ ਕਰਕੇ ਕਿਸੇ ਦੂਜੇ ਨੂੰ ਚਿਤਵਣਾ ਪੈਂਦਾ ਸੀ ਉਹ ਵੀ ਗਿਆ, ਜਿਸ ਮੰਦਰ ਦੀ ਤਲਾਸ਼ ਕਰਨੀ ਪੈਂਦੀ ਸੀ ਉਹ ਵੀ ਗਿਆ। ਕਹਿੰਦੇ ਹੁਣ ਨਿਰੋਲ ਬ੍ਰਹਮ ਅਭਿਆਸ ਹੈ ਅਤੇ ਇੱਕੋ ਜਗ੍ਹਾ। ਕੇਵਲ ਇੱਕ ਪ੍ਰਮਾਣ ਨਹੀਂ, ਭਗਤ ਜੈਦੇਵ ਜੀ ਉਹ ਵੀ ਨਿਰੋਲ ਬ੍ਰਾਹਮਣ ਧਰਮ ਦੇ ਨਾਲ ਸੰਬੰਧਿਤ ਨੇ। ਉਹਨਾਂ ਦੀ ਬਾਣੀ ਪੜ੍ਹ ਕੇ ਦੇਖੋ, ਉਹਨਾਂ ਵਿੱਚ ਜ਼ਿਕਰ ਆਉਂਦਾ ਹੈ ਚੰਦ ਸਤ ਪੂਰਿਆ ਨਾਦ ਸਤ ਪੂਰ, ਚੰਦ ਸਤ ਭੇਦਿਆ ਨਾਦ ਸਤ ਪੂਰਿਆ, ਸੂਰ ਸਤ ਖੋੜ ਸਾ ਦਤ ਕੀਆ, ਅਬਲ ਬਲ ਤੋੜਿਆ ਚਲ ਚਲ ਥੱਪਿਆ, ਅਕੜ ਘੜਿਆ ਤਾਂ ਅਪਿਓ ਪੀਆ, ਮਨ ਆਦ ਗੁਣ ਆਦ ਵਖਾਣਿਆ, ਤੇਰੀ ਦੁਬਦਾ ਦਿਸ਼ਟ ਸਮਾਨਿਆ। ਉਹਦੇ ਅੰਤ ਵਿੱਚ ਜ਼ਿਕਰ ਆਉਂਦਾ ਹੈ ਬਦਤ ਜੈ ਦੇਵ ਕਉ ਰਮਿਆ, ਬ੍ਰਹਮ ਨਿਰਵਾਣ ਲਿਵਲੀਨ ਪਾਇਆ। ਕਿ ਮੈਂ ਕਹਿੰਦੇ ਹੁਣ ਉਸ ਬ੍ਰਹਮ ਨੂੰ ਪ੍ਰਾਪਤ ਕੀਤਾ ਹੈ ਜਿਹੜਾ ਕਿਸੇ ਰੂਪ ਰੰਗ ਆਕਾਰ ਦੇ ਵਿੱਚ ਕਿਹਾ ਹੀ ਨਹੀਂ ਜਾ ਸਕਦਾ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਕਰਕੇ ਇੱਕ ਨੁਕਤੇ ਤੋਂ ਇਹ ਵੀ ਕਿਹਾ ਗਿਆ, ਜੇ ਅਸੀਂ ਜਿਹੜੀ ਅੰਗਰੇਜ਼ਾਂ ਨੇ ਇਸ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਨੇ ਜੇ ਉਹਨਾਂ ਨੂੰ ਪੜ੍ਹੀਏ ਤਾਂ ਉਹਨਾਂ ਕਿਹਾ ਧਰਤੀ 'ਤੇ ਸਭ ਤੋਂ ਵੱਡੀ ਨੈਗੇਟਿਵਿਟੀ ਬੁੱਤ ਨੇ ਪੈਦਾ ਕੀਤੀ। ਬੁੱਤ ਨੇ ਕਿਉਂ ਪੈਦਾ ਕੀਤੀ ਕਿ ਮਨੁੱਖ ਉਂਝ ਹੁਣ ਜਿਵੇਂ ਅਸੀਂ ਕਹਿੰਦੇ ਰੱਬ ਇੱਕ ਹੈ, ਹੁਣ ਉਹਦਾ ਕਿਸੇ ਕੋਲੋਂ ਕੋਈ ਰੂਪ ਨਹੀਂ ਹੈ, ਉਹਦੇ ਰੂਪ ਨੂੰ ਵੱਧ ਤੋਂ ਵੱਧ ਬਿਆਨ ਕਰ ਰਹੇ ਨੇ, ਕਿਸੇ ਪ੍ਰਕਾਰ ਕੋਈ ਝਗੜਾ ਨਹੀਂ ਹੈ। ਪਰ ਜਦੋਂ ਉਹਦਾ ਇੱਕ ਰੂਪ ਫਿਕਸ ਕਰ ਦਿੱਤਾ ਫਿਰ ਉਸ ਰੂਪ ਨੂੰ ਉੱਚਾ ਸਿੱਧ ਕਰਨ ਦੇ ਲਈ ਉਹ ਸਾਰਾ ਅਭਿਆਸ ਬਣਾਉਣਾ ਸ਼ੁਰੂ ਕਰ ਦਿੱਤਾ, ਉਹਦੇ ਵਿੱਚ ਟਕਰਾਅ ਉਤਪੰਨ ਹੋਏ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਧਰਤੀ 'ਤੇ ਬੜੇ ਐਸੇ ਕਰਮਾਂ ਨੂੰ ਅੰਜਾਮ ਦਿੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀਆ, ਕਿ ਇਹ ਪਰਮੇਸ਼ਰ ਦੀ ਸਗਲੀ ਰਚਨਾ ਵਿੱਚ ਜਿਸ ਬੁੱਤ ਦੇ ਪੱਥਰ ਵਿੱਚੋਂ ਪਰਮੇਸ਼ਰ ਦੀ ਮੂਰਤ ਘੜੀ ਹੈ, ਉਹੀ ਇੱਕ ਜਿਹੜਾ ਬੁੱਤ ਹੈ ਉਹ ਪਰਮੇਸ਼ਰ ਦੀ ਰਚਨਾ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਅਤੇ ਉਸ ਛੋਟੇ ਹਿੱਸੇ ਦੇ ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਆਪਣੇ ਘਰ ਦੇ ਵਿੱਚ 1000 ਦੀਵੇ ਵੀ ਜਗਾ ਲਈਏ, ਕੀ ਕਹਿ ਸਕਾਂਗੇ ਕਿ ਸੂਰਜ ਦੀ ਬਰਾਬਰੀ ਕਰ ਲਈ ਹੈ ਇਹਨੇ? ਜਾਂ ਸਾਰਾ ਸੰਸਾਰ ਬੜੀਆਂ ਵੱਡੀਆਂ ਲਾਈਟਾਂ ਜਗਾ ਲਵੇ, ਜਿਹੜੀਆਂ ਵੱਡੀਆਂ ਹੁੰਦੀਆਂ ਨੇ LED ਵਗੈਰਾ ਲਾਈਟਾਂ, ਬਹੁਤ ਤੇਜ਼ ਹੁੰਦੀ ਰੌਸ਼ਨੀ ਜਿਨ੍ਹਾਂ ਦੀ, ਜੇ ਸਾਰਾ ਸੰਸਾਰ ਜਗਾ ਲਏ ਤਾਂ ਕੀ ਅਸੀਂ ਇਹ ਕਹਾਂਗੇ ਕਿ ਉਹ ਸੂਰਜ ਦੀ ਬਰਾਬਰੀ ਕਰ ਲਈ ਨੇ? ਇਸ ਕਰਕੇ ਜਿਹੜਾ ਨਿਸ਼ੇਧ ਹੈ ਕਿ ਉਸ ਮੂਰਤ ਨੂੰ ਓਡੇ ਭਾਵ ਦੇ ਵਿੱਚ ਮਾਣੋ, ਛੋਟਾ ਨਾ ਕਰੋ। ਔਰ ਦੂਜੀ ਗੱਲ, ਇੱਕ ਹੋਰ ਵੀ ਰਡੋਲਫ ਫਰੈਂਕ ਨੇ ਨੁਕਤਾ ਦੱਸਿਆ ਆਪਣੀ ਕਿਤਾਬ ਦੇ ਵਿੱਚ, ਕਹਿੰਦਾ ਕਿ ਜਿਹੜੀ ਅਧਿਆਤਮਿਕਤਾ ਹੈ ਇਹਦੇ ਵਿੱਚ ਇਹਦੇ ਨਿਸ਼ੇਧ ਹੋਣ ਦੇ ਹੋਰ ਉਚਿਤ ਕੀ ਕਾਰਨ ਹਨ। ਜੋ ਵੀ ਮੂਰਤ ਜਿਸ ਸਮੇਂ ਦੇ ਵਿੱਚ ਪ੍ਰਗਟੀ ਉਹ ਕਾਲ ਦੇ ਅਧੀਨ ਹੋ ਕੇ ਪ੍ਰਗਟੀ, ਅਤੇ ਕਾਲ ਦੇ ਵਿੱਚ ਜਿਹੜੀ ਵੀ ਮੂਰਤ ਪ੍ਰਗਟੇਗੀ ਉਹ ਨਾਸ਼ਵਾਨ ਹੀ ਰਹੇਗੀ, ਚਾਹੇ ਉਹ ਗੁਰੂ ਸਰਗੁਣ ਸਰੂਪ ਮੂਰਤ ਹੋਵੇ, ਕਿਉਂਕਿ ਸਰੀਰ ਸਰਗੁਣ ਕਰਕੇ ਹੀ ਬਣਦਾ ਹੈ, ਤਾਂ ਸਰੀਰ ਤਾਂ ਨਾਸ਼ਵਾਨ ਹੈ। ਇਸ ਕਰਕੇ ਜਿਹੜੇ ਵੱਡੇ ਰੱਬੀ ਸ਼ਖਸੀਅਤਾਂ ਧਰਤੀ 'ਤੇ ਉਤਰੀਆਂ ਉਹਨਾਂ ਨੇ ਤਾਂ ਕਿਹਾ ਕਿ ਸਾਡੇ ਆਪਣੇ ਅਸਲ ਨਾਲ ਜੁੜੋ। ਉਹਨਾਂ ਨੂੰ ਪਤਾ ਹੈ ਕਿ ਜਿਸ ਸਰਗੁਣ ਸਰੂਪ ਦੀ ਤੁਸੀਂ ਪ੍ਰਤਿਮਾ ਬਣਾਉਣ ਲੱਗੇ ਹੋ ਜਾਂ ਬਣਾਉਣ ਦਾ ਯਤਨ ਕਰ ਰਹੇ ਹੋ, ਇਹ ਜਦੋਂ ਇਹ ਹੀ ਨਾਸ਼ਵਾਨ ਰਹਿਣੀ ਹੈ ਤਾਂ ਫਿਰ ਪ੍ਰਤਿਮਾ ਦਾ ਆਕਾਰ ਬਣਾਉਣ ਦਾ ਕੀ ਅਰਥ ਰਹਿ ਜਾਂਦਾ ਹੈ। ਇਸ ਕਰਕੇ ਕੀ ਕਰੋ, ਤਾਂ ਕਰਕੇ ਕਿ ਹੁਣ ਜਿਵੇਂ ਇਸ ਗੱਲ ਦਾ ਹੋਰ ਅਭਿਆਸ ਕਰਕੇ ਜਿਹੜਾ ਥੋੜ੍ਹਾ ਨੇੜਿਓਂ ਸਮਝਣਾ ਹੋਵੇ ਕਿ ਜਿਵੇਂ ਜਿਹੜੇ ਬੰਦੇ ਸਾਡੇ ਤੋਂ ਵਿਛੜ ਜਾਂਦੇ ਨੇ,
ਅਤੇ ਜਿਵੇਂ ਹੁਣ ਤਾਂ ਚਲੋ ਸਮਾਂ ਆ ਗਿਆ ਕਿ ਲੋਕਾਂ ਕੋਲ ਫੋਟੋ ਵੀਡੀਓਜ਼ ਵਗੈਰਾ ਹੁੰਦੀਆਂ ਨੇ। ਪਹਿਲਾਂ ਲੋਕਾਂ ਕੋਲੋਂ ਕੀ ਹੁੰਦਾ ਸੀ, ਉਹਦੀ ਸਿਮਰਤੀ ਦ੍ਰਿੜ ਕਰਨ ਨੂੰ ਉਹਦੇ ਨਾਲ ਉਹਨਾਂ ਪਲਾਂ ਦਾ ਇੱਕ ਵਰਣਨ ਹੁੰਦਾ ਸੀ ਉਹਦੇ ਕੋਲੋਂ। ਤਾਂ ਇਸੇ ਪ੍ਰਕਾਰ ਰੁਡੋਲਫ ਫਰੈਂਕ ਆਖਦਾ ਹੈ ਕਿ ਕਹਿੰਦਾ ਜਿਹੜਾ ਪ੍ਰਭੂ ਦਾ ਉਸਤਤ ਕਰਦੇ ਹਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਮੂਰਤ ਸਰੂਪ ਜਿਹੜਾ ਓਡਾ ਵੱਡਾ ਨਹੀਂ ਮਨੁੱਖ ਕੋਲੋਂ ਬਣਦਾ, ਇਸ ਕਰਕੇ ਉਹ ਸੀਮਤ ਰਹਿ ਜਾਂਦਾ ਅਤੇ ਸੀਮਤ ਦੇ ਵਿੱਚੋਂ ਵੱਡੇ ਦਾ ਅਭਿਆਸ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਇਸ ਨੁਕਤੇ ਤੋਂ ਵੀ ਇਹ ਗੱਲ ਨਿਸ਼ੇਧ ਮੰਨੀ ਜਾਂਦੀ ਹੈ। ਮੈਂ ਅੱਜ ਵੀ ਆਪਣੇ ਨਿੱਜੀ ਅਭਿਆਸ ਵਿੱਚ ਐਸੇ ਬਹੁਤ ਦੇਖੇ ਹੋਏ ਹਨ ਜਿਹੜੇ ਨਿਰੋਲ ਉਸੇ ਧਰਮ ਦੇ ਨਾਲ ਸੰਬੰਧਿਤ ਹਨ, 1% ਵੀ ਕਰਮਕਾਂਡ ਦਾ ਅਭਿਆਸ ਨਹੀਂ ਕਰਦੇ, ਕੇਵਲ ਆਪਣੇ ਜਪ ਸਾਧਨਾ ਕਰਦੇ ਨੇ, ਤਾਂ ਥੋੜ੍ਹੀ ਬਹੁਤੀ ਜਿਹੜੀ ਪੂਜਾ ਅਰਚਨਾ ਉਹਨਾਂ ਦੀ ਜਿਹੜੀ ਦਾਨ ਪੁੰਨ ਦੀ ਉਹੀ ਕਰਦੇ ਨੇ, ਇਸ ਤੋਂ ਵਿਸ਼ੇਸ਼ ਉਹ ਕੋਈ ਕਰਮ ਨਹੀਂ ਕਰਦੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀਆ। ਇਸ ਕਰਕੇ ਜਿਸ ਪੱਥਰ ਦੇ ਵਿੱਚ ਆਕਾਰ ਘੜਿਆ ਹੈ ਉਹ ਤਾਂ ਇੱਕ ਛੋਟਾ ਹਿੱਸਾ ਸਾਰੇ ਦੀ ਤਰਜਮਾਨੀ ਕਿਉਂ ਕਰੇਗਾ। ਇਸ ਕਰਕੇ ਉਹਨੇ ਕਿਹਾ ਇੱਕ ਹੋਰ ਵੀ ਇਹਦੇ ਵਿੱਚ ਨੈਗੇਟਿਵਿਟੀ ਹੈ ਕਿ ਜਦੋਂ ਬੁੱਤ ਸਾਜ ਲਿਆ ਪਰਮੇਸ਼ਰ ਦਾ, ਉਹਦਾ ਮਾਲਕ ਆਪਣੇ ਆਪ ਨੂੰ ਬਣਾ ਲਿਆ। ਹੁਣ ਜਿਸ ਕਹਿੰਦੇ ਹਾਂ ਕਿ ਰੱਬ ਸਾਰਿਆਂ ਦੇ ਇੱਕ ਹੈ, ਕੋਈ ਦੁਨੀਆ 'ਚ ਬੰਦਾ ਉੱਠ ਕੇ ਦਾਅਵਾ ਕਰ ਸਕਦਾ ਕਿ ਮੈਂ ਉਹਦਾ ਸੇਵਾ ਕਰਨ ਵਾਲਾ ਮੈਂ ਹਾਂ, ਜਿਸ ਰੱਬ ਦੀ ਅਸੀਂ ਕਲਪਨਾ ਕਰਦੇ ਹਾਂ, ਜਾਂ ਅਕਾਲ ਪੁਰਖ ਦੇ ਜਿਸ ਰੂਪ ਨੂੰ ਅਸੀਂ ਧਿਆਉਂਦੇ ਹਾਂ, ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਉਹਦਾ ਮਾਲਕ ਹਾਂ। ਪਰ ਜਦੋਂ ਉਹਦਾ ਰੂਪ ਸਾਜ ਲਿਆ ਫਿਰ ਬੰਦਾ ਕਹਿੰਦਾ ਮੈਂ ਇਹਦਾ ਮਾਲਕ ਹੋ ਗਿਆ, ਕਿਉਂਕਿ ਮੇਰਾ ਸਾਜਿਆ ਹੋਇਆ। ਇਸ ਕਰਕੇ ਉਹ ਰੁਡੋਲਫ ਫਰੈਂਕ ਨੇ ਬਹੁਤ ਡੀਪ ਕੀਤਾ। ਉਹਦੀ ਐਮਾਜੋਨ ਦੇ ਕਬੀਲਿਆਂ ਦੇ ਵਿੱਚ ਉਹ 40 ਸਾਲ ਰਿਹਾ ਅਤੇ ਉਹਦੇ ਵਿੱਚ ਤਾਂ ਉਹਨੇ ਹੋਰ ਬੜੇ ਐਕਸਪੀਰੀਅੰਸ ਕੀਤੇ। ਉਹਨੇ ਕਿਹਾ ਕਿ ਅਸਲ 'ਚ ਮਨੁੱਖ ਜਦੋਂ ਆਪਣੀ ਈਗੋ ਸੈਂਟਰ ਦੀ ਨੈਗੇਟਿਵਿਟੀ ਧਰਤੀ 'ਤੇ ਉਤਾਰਨ ਲੱਗਦਾ ਹੈ ਉਦੋਂ ਬੁੱਤ ਨੂੰ ਰੂਪ ਦਿੰਦਾ ਹੈ। ਤਾਂ ਕਰਕੇ ਕਿਉਂਕਿ ਜਿਹੜਾ ਪਰਮੇਸ਼ਰ ਦਾ ਰੂਪ ਚਿਤਵਣਾ ਉਹ ਮੇਰੇ ਅਨੁਸਾਰ ਮੰਨੋ, ਤੁਹਾਡੀ ਅਸੀਮ ਕਲਪਨਾ ਨੇ ਜਿਹੜੇ ਪ੍ਰਭੂ ਦੇ ਗੁਣ ਨੂੰ ਚਿਤਵਣਾ ਉਹਦੇ ਲਈ ਮੈਂ ਉਹਦੇ 'ਤੇ ਬੰਦ ਲਗਾਉਂਦਾ ਹਾਂ। ਇਸ ਕਰਕੇ ਤਾਂ ਨੈਗੇਟਿਵਿਟੀ ਕਿਹਾ ਗਿਆ ਉਸ ਗੱਲ ਨੂੰ ਕਿ ਇਹ ਪ੍ਰਭੂ ਦੀ ਉਂਝ ਬੰਦੇ ਦੇ ਅੰਦਰ ਕਿੰਨੀ ਕਲਪਨਾ ਆਉਣੀ। ਹੁਣ ਦੇਖੋ ਇਸ ਗੱਲ ਨੂੰ ਮੈਂ ਸਪਸ਼ਟ ਕਰ ਦਿਆਂ। ਅਸੀਂ ਜੀਵਨ ਜਿਉਂਦੇ ਹਾਂ, ਕਿਤੇ ਸਾਨੂੰ ਦਇਆ ਦੇਖਣ ਨੂੰ ਮਿਲਦੀ ਹੈ, ਕਿਤੇ ਸਾਨੂੰ ਖਿਮਾ ਦੇਖਣ ਨੂੰ ਮਿਲਦੀ ਹੈ, ਕਿਤੇ ਪਰਉਪਕਾਰਤਾ ਦੇਖਣ ਨੂੰ ਮਿਲਦੀ ਹੈ, ਕਿਤੇ ਸੁੰਦਰਤਾ ਦੇਖਣ ਨੂੰ ਮਿਲਦੀ ਹੈ। ਇੱਕ ਦਿਨ ਦੇ ਵਿੱਚ ਹੀ ਅਸੀਂ ਪਰਮੇਸ਼ਰ ਦੇ ਘੱਟੋ ਘੱਟ 100 ਪੱਖ ਦੇ ਦਰਸ਼ਨ ਕਰ ਲੈਂਦੇ ਜੇ ਸਧਾਰਨ ਢੰਗ ਦੇ ਨਾਲ ਵੀ ਕਿਹਾ ਜਾਵੇ। ਜਿਵੇਂ ਕਿਸੇ ਪੰਛੀ ਨੂੰ, ਕੋਇਲ ਨੂੰ ਗਾਉਂਦਾ ਸੁਣਦੇ ਹਾਂ, ਉਹਦਾ ਰੂਪ ਕਾਲਾ ਹੈ ਪਰ ਉਹਦੇ ਅੰਦਰ ਸੰਗੀਤ ਦਾ ਇੱਕ ਖਜ਼ਾਨਾ ਹੈ। ਇਸੇ ਪ੍ਰਕਾਰ ਜਦੋਂ ਅਸੀਂ ਹੰਸ ਵਰਗਾ ਪੰਛੀ ਦੇਖਦੇ ਹਾਂ ਤਾਂ ਉਹਦੇ ਜੀਵਨ ਦੀ ਉੱਚਤਾ ਪਵਿੱਤਰਤਾ ਨਜ਼ਰ ਆਉਂਦੀ ਹੈ। ਤਾਂ ਇਸੇ ਪ੍ਰਕਾਰ ਮਤਲਬ ਇੰਨੇ ਅਸੀਮ ਗੁਣ ਅਸੀਂ ਮਾਲਕ ਦੀ ਇਸ ਜਹੂਰ ਕੁਦਰਤ ਵਿੱਚੋਂ ਦੇਖਦੇ ਹਾਂ। ਅਤੇ ਫਿਰ ਕਹੀਏ ਜੇ ਅਸੀਂ ਇੱਕ ਅੱਧੇ ਖਾਸ ਗੁਣ ਦਾ ਤਸੱਵਰ ਬਣਾ ਕੇ ਪੂਜਾ ਕਰ ਲਈਏ, ਇਹਦਾ ਮਤਲਬ ਫਿਰ ਸਾਡੀ ਚੇਤਨਾ ਹੀ ਛੋਟੀ ਹੈ। ਅਸੀਂ ਉਹਦੇ ਵਿੱਚੋਂ ਜਿੰਨਾ ਕੁ ਸਾਨੂੰ ਸਮਝ ਆਉਂਦਾ ਓਨਾ ਕੁ ਹੀ ਅਸੀਂ ਕਰ ਸਕਦੇ ਹਾਂ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਸਾਰਾ ਸੰਸਾਰ ਇਸ ਪੂਜ ਵੱਲ ਲੱਗਿਆ ਹੋਇਆ ਹੈ। ਔਰ ਦੂਜੀ ਗੱਲ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਹਰ ਕੋਈ ਆਪੋ ਆਪਣੇ ਰੂਪ ਨੂੰ ਕਹਿ ਰਿਹਾ। ਇਸ ਕਰਕੇ ਹੁਣ ਇੱਕ ਤਾਂ ਕਰਕੇ ਇਸਲਾਮ ਗੁਰਮਤਿ ਨੇ ਇੱਕ ਤਾਂ ਕਿਹਾ ਹੈ ਕਿ ਜਿਹੜੇ ਇਹ ਰੂਪ ਆ ਇਹ ਤਾਂ ਬੜੇ ਵੱਧਦੇ ਜਾਣਗੇ। ਹਰੇਕ ਚਿੱਤਰਕਾਰ ਦੀ ਇੱਕ ਆਪਣੀ ਕਲਪਨਾ ਹੈ, ਉਹ ਉਵੇਂ ਦਾ ਬੁੱਤ ਬਣਾਏਗਾ। ਅਤੇ ਇੰਝ ਤਾਂ ਫਿਰ ਜਿਹੜੀ ਮਨੁੱਖ ਦੀ ਸੁਰਤ ਹੈ ਉਹਦਾ ਤਾਂ ਉਹ ਤਾਂ ਰਹੇਗਾ ਕੱਖ ਨਹੀਂ, ਉਹ ਤਾਂ ਬੜੇ ਹਿੱਸਿਆਂ 'ਚ ਵੰਡੀ ਜਾਏਗੀ। ਜਿਵੇਂ ਉਦਾਹਰਨ ਦੇ ਤੌਰ 'ਤੇ ਜਿਹੜਾ ਕਰਨਾਟਕ ਦਾ ਬੰਦਾ ਰਹਿਣ ਵਾਲਾ ਹੈ ਉਹਦਾ ਲਿਬਾਸ ਹੋਰ ਤਰ੍ਹਾਂ ਦਾ ਹੈ। ਉਹ ਜਦੋਂ ਮੂਰਤੀ ਨੂੰ ਵਸਤਰ ਬਣਾ ਕੇ ਪਹਿਨਾਏਗਾ ਉਹਦੇ ਵਸਤਰ ਹੋਰ ਤਰ੍ਹਾਂ ਦੇ ਹੋਣਗੇ। ਜਿਹੜਾ ਪੰਜਾਬ ਵਾਲਾ ਪਹਿਨਾਏਗਾ ਉਹਦਾ ਲਿਬਾਸ ਹੋਰ ਤਰ੍ਹਾਂ ਦਾ, ਉਹ ਹੋਰ ਤਰ੍ਹਾਂ ਦੇ ਪਹਿਨਾਏਗਾ। ਮਤਲਬ ਜਦੋਂ ਆਕਾਰ ਵਿੱਚ ਆ ਗਿਆ ਫਿਰ ਤਾਂ ਜੋ ਮਰਜ਼ੀ ਉਹਦੇ ਨਾਲ ਜੋੜੀ ਜਾਓ। ਇਸ ਕਰਕੇ ਤਾਂ ਇੱਕ ਭਾਵ ਜਿਹੜਾ ਕਹਿ ਤਾ ਉਹਨੂੰ ਨਿਰਗੁਣ ਵੀ ਤਾਂ ਕਿਹਾ ਹੈ, ਅਤੇ ਜੇ ਸਰਗੁਣ ਕਿਹਾ ਤਾਂ ਸਰਗੁਣ ਵੀ ਤਾਂ ਕਿਹਾ ਹੈ ਕਿ ਸਾਰੇ ਰੂਪ ਉਹਦੇ ਨੇ ਪਰ ਅੰਤਮ ਰੂਪ ਉਹਦਾ ਕੋਈ ਵੀ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੂਜੈ ਸਭ ਸੰਸਾਰ, ਅਤੇ ਸਾਰਾ ਸੰਸਾਰ ਇਸ ਪੂਜ ਵਾਲੇ ਪਾਸੇ ਲੱਗ ਜਾਂਦਾ ਹੈ। ਇਸ ਕਰਕੇ ਅਧਿਆਤਮਿਕਤਾ ਜੇ ਜਿੰਨਾ ਜ਼ਿਆਦਾ ਇਹਨੂੰ ਗਹਿਰਾ ਸਮਝਦੇ ਜਾਈਏ ਤਾਂ ਠੀਕ ਸਮਝ ਆਉਂਦੀ ਹੈ। ਹੁਣ ਇਸੇ ਕਰਕੇ ਜਦੋਂ ਮੌਲਾਨਾ ਰੂਮੀ ਨੂੰ ਪੁੱਛਿਆ ਕਿ ਤੁਸੀਂ ਪਰਮੇਸ਼ਰ ਦੇ ਕਿਸ ਰੂਪ ਦੀ ਪੂਜਾ ਕਰਦੇ ਹੋ, ਤਾਂ ਉਹਨਾਂ ਕਿਹਾ ਮੈਂ ਸਾਰੇ ਰੂਪਾਂ ਦੀ ਪੂਜਾ ਕਰਦਾ। ਉਹ ਕਹਿੰਦੇ ਵੀ ਫਿਰ ਇਹ ਕਿਵੇਂ ਸੰਭਵ ਹੋ ਸਕਦਾ ਹੈ? ਕਹਿੰਦੇ ਵੀ ਜਿੰਨੇ ਰੂਪ ਮੈਨੂੰ ਨਜ਼ਰ ਆਉਂਦੇ ਨੇ ਮੈਂ ਸਾਰਿਆਂ ਰੂਪਾਂ ਦੀ ਪੂਜਾ ਕਰਦਾ। ਕਹਿੰਦੇ ਕਿਵੇਂ? ਉਹ ਕਿਸੇ ਸਮੂਹ ਦੇ ਵਿੱਚ ਲੈ ਗਏ ਉਹਨਾਂ ਨੂੰ, ਉੱਥੇ ਬੜੇ ਗੁਣਾਂ ਦੇ ਵਿਸ਼ੇਸ਼ਣਾਂ ਵਾਲੇ ਬੰਦੇ ਬੈਠੇ ਹੋਏ ਸਨ। ਤਾਂ ਉਹ ਕਹਿਣ ਲੱਗੇ, ਉਹ ਫਿਰ ਇਕੱਲੇ ਦਾ ਪਰਿਚੈ ਕਰਾਉਣ ਲੱਗ ਪਏ। ਕਹਿੰਦੇ ਇਹਦੇ ਕੋਲੋਂ ਇੱਕ ਚਿੱਤਰਕਾਰੀ ਹੈ
ਤੇ ਜਦੋਂ ਇਹਦੇ ਹੱਥਾਂ ਤੋਂ ਮੈਂ ਇੱਕ ਚਿੱਤਰ ਬਣਦਾ ਦੇਖਦਾ ਹਾਂ ਤੇ ਇਹਦੀ ਚਿੱਤਰਕਾਰੀ ਨੂੰ ਦੇਖ ਕੇ ਮੈਨੂੰ ਪਰਮ ਚਿੱਤਰਕਾਰ ਦਾ ਚੇਤਾ ਆ ਜਾਂਦਾ ਹੈ ਕਿ ਇਹ ਤਾਂ ਇੱਕ ਚਿੱਤਰਕਾਰ ਹੈ। ਜਿਵੇਂ ਦੁਨੀਆ ਦੇ ਵਿੱਚ ਪਾਬਲੋ, ਪਿਕਾਸੋ, ਵਾਨ ਗਾਗ, ਇਹ ਵੱਡੇ ਚਿੱਤਰਕਾਰ ਹੋਏ ਨੇ। ਤਾਂ ਕਹਿੰਦਾ ਕਿ ਇਹਨਾਂ ਦੁਆਰਾ ਇਹਨਾਂ ਦੀ ਮੂਰਤਾਂ ਨੂੰ ਦੇਖ ਕੇ ਮੈਂ ਕਹਿੰਦਾ ਕਿ ਇਹਨਾਂ ਦੀ ਇੱਕ ਮੂਰਤਾ ਦੇ ਵਿੱਚ ਇਹਨਾਂ ਦੀ ਕਿਸੇ ਨਾ ਕਿਸੇ ਚਿੱਤਰ ਵਿੱਚ ਕੋਈ ਸਿਮਿਲੈਰਿਟੀ ਆ ਜਾਂਦੀ ਹੈ, ਕਿਤੇ ਨਾ ਕਿਤੇ ਰੰਗਾਂ ਦੀ ਕੋਈ ਜਿਹੜੀ ਚੱਲਣਾ ਉਹਦਾ ਇੱਕ ਸਮਾਨਤਾ ਆ ਜਾਂਦੀ ਹੈ। ਪਰ ਉਸ ਪਰਮ ਸਿਰਜਣਹਾਰ ਜਿਹਦੀ ਇੱਕ ਮੂਰਤ ਦੂਜੇ ਨਾਲ ਰਚੀ ਨਹੀਂ। ਇਸ ਗੱਲ ਦਾ ਮੈਨੂੰ ਇੱਕ ਥੋੜ੍ਹੇ ਦਿਨ ਪਹਿਲਾਂ ਇੱਕ ਨਵਾਂ ਅਭਿਆਸ ਹੋਇਆ, ਜਦ ਰੋਗਾਵਸਥਾ ਹੋਈ। ਉਹਦੇ ਵਿੱਚ ਇੱਕ ਡਾਕਟਰ ਨੇ ਦੱਸਿਆ ਕਿ ਮੈਂ ਕਿਹਾ ਜੀ ਅਸੀਂ ਤਾਂ ਇਹੀ ਜਾਣਦੇ ਨੇ ਕਿ ਸ਼ਕਲ ਨਹੀਂ ਰਲਦੀ ਕਿਸੇ ਬੰਦੇ ਨਾਲ, ਤਾਂ ਕਰਕੇ ਗੁਰਬਾਣੀ 'ਚ ਆਉਂਦਾ ਹੈ ਕਿ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਕਹਿੰਦਾ ਦੁਨੀਆ ਦੇ ਵਿੱਚ, ਮੈਂ ਕਿਹਾ ਜੀ ਦਵਾਈ ਤਾਂ ਇੱਕ ਨੂੰ ਅਸਰ ਕਰ ਜਾਂਦੀ, ਇੱਕ ਨੂੰ ਅਸਰ ਨਹੀਂ ਕਰਦੀ, ਇਹਦਾ ਕੀ ਅਰਥ? ਕਹਿੰਦਾ ਸਰੀਰ ਦੀਆਂ ਤਾਸੀਰਾਂ ਵੀ ਕਿਸੇ ਬੰਦੇ ਦੀ ਇੱਕ ਦੀ ਦੂਜੇ ਨਾਲ ਰਲਦੀ ਨਹੀਂ। ਜਿੰਨੇ ਦੁਨੀਆ 'ਤੇ ਜੀਵ ਨੇ ਸਾਰਿਆਂ ਦੇ ਸਰੀਰ ਦੀ ਤਾਸੀਰ ਵੱਖਰੀ ਹੈ। ਕਿਆ ਕਮਾਲ ਹੈ ਪਰਮੇਸ਼ਰ ਦੀ ਰਚਨਾ ਦਾ। ਤਾਂ ਇਸੇ ਪ੍ਰਕਾਰ ਮੌਲਾਨਾ ਰੂਮੀ ਕਹਿਣ ਲੱਗਾ ਕਿ ਇਹਨਾਂ ਸਾਰੇ ਚਿੱਤਰਕਾਰਾਂ ਨੂੰ ਦੇਖ ਕੇ ਮੈਂ ਕਹਿੰਦਾ ਕਿ ਇੰਨੇ ਚਿੱਤਰਾਂ ਨੂੰ ਦੇਖ ਕੇ ਤਾਂ ਮੈਂ ਨਿਹਾਲ ਹੋ ਗਿਆ, ਚਾਹੇ ਉਹ ਬੰਦਿਆਂ ਦੇ ਆਕਾਰ ਸਨ, ਚਾਹੇ ਤਸਵੀਰਾਂ ਸਨ। ਪਰ ਜਿਹੜਾ ਅਜੇ ਇੰਨਾ ਕੁਝ ਰਚਿਆ ਜਾਣਾ ਹੈ, ਉਸ ਨੂੰ ਰਚਣ ਵਾਲਾ ਕੌਣ ਹੈ? ਸਾਡੇ ਸਮਿਆਂ 'ਚ ਤਾਂ ਆਹ ਵੱਡਾ ਚਿੱਤਰਕਾਰ ਹੋ ਗਿਆ, ਪਰ ਅੱਗੇ ਜਾ ਕੇ ਫਿਰ ਐਡੇ ਵੱਡੇ ਹੁੰਦੇ ਰਹਿਣਗੇ। ਉਹਨਾਂ ਨੂੰ ਸਿਰਜਣ ਵਾਲਾ ਕੌਣ ਹੈ? ਕਿਉਂਕਿ ਇੱਕ ਬੁੱਧ ਹੈ ਜਿਹਨੂੰ ਬੁਰਸ਼ ਵੀ ਨਹੀਂ ਪਕੜਨਾ ਆਉਂਦਾ, ਇੱਕ ਹੈ ਉਸੇ ਬੁਰਸ਼ ਦੇ ਨਾਲ ਉਹ ਕਿੰਨਾ ਕਮਾਲ ਕਰ ਦਿੰਦਾ। ਇਸ ਕਰਕੇ ਫਿਰ ਉਹਨੇ ਇੱਕ ਤੋਂ ਪਰਿਚੈ ਕਰਾਇਆ, ਫਿਰ ਦੂਜੇ ਤੋਂ ਕਿਆ ਕਹਿੰਦਾ ਇਹ ਸੰਗੀਤਕਾਰ ਹੈ। ਕਹਿੰਦਾ ਇਹਨੂੰ ਬੜੇ ਸਾਜ਼ ਵਜਾਉਣੇ ਆਉਂਦੇ ਹਨ, ਅਤੇ ਕਹਿੰਦਾ ਇਸ ਸਾਜ਼ ਨੂੰ ਇਸ ਤਰ੍ਹਾਂ ਵੀ ਵਜਾ ਦਿੰਦਾ ਹੈ ਕਿ ਜਿਵੇਂ ਦੇਹ ਦਾ ਸੰਗੀਤ ਸਮਝ ਆਉਂਦਾ। ਕਹਿੰਦਾ ਇਸ ਕਰਕੇ ਮੈਂ ਇਹਦੇ ਰੂਪ ਦੀ ਵੀ ਪੂਜਾ ਕਰਦਾ ਹਾਂ। ਪਰ ਇਹਦੀ ਪੂਜਾ ਕਰਦਿਆਂ ਇੱਥੇ ਸੀਮਤ ਨਹੀਂ ਰਹਿੰਦਾ, ਮੈਂ ਉਸ ਪਰਮ ਨਾਲ ਜੁੜ ਜਾਂਦਾ ਕਿ ਉਹਦਾ ਇੱਕ ਹਿੱਸਾ ਹੀ ਇਹਦੇ ਵਿੱਚ ਉਤਰਿਆ ਹੈ। ਅਤੇ ਇਹ ਕਿੱਡਾ ਪੂਜਨੀਕ ਹੋ ਗਿਆ। ਜਿਵੇਂ ਜਿਹੜੇ ਵੱਡੇ ਸੰਗੀਤਕਾਰ ਲੋਕ ਨੇ, ਅਸੀਂ ਤਾਂ ਚਲੋ ਇਹ ਪੰਜਾਬ ਵਿੱਚ ਇਹੋ ਜਿਹੇ ਅਭਿਆਸ ਹੈ ਹੀ ਨਹੀਂ। ਜਿਹੜੇ ਵੱਡੇ ਸੰਗੀਤਕਾਰ ਨੇ ਉਹਨਾਂ ਦੇ ਜਦੋਂ ਚੇਲੇ ਉਹਨਾਂ ਨੂੰ ਮਿਲਦੇ ਨੇ ਤਾਂ ਉਹ ਡੰਡੌਤ ਬੰਦਨ ਕਰਦੇ ਨੇ। ਤਾਂ ਫਿਰ ਮੌਲਾਨਾ ਰੂਮੀ ਕਹਿਣ ਲੱਗੇ ਕਿ ਇੱਕ ਗੁਣ ਸੰਗੀਤ ਦਾ ਮਿਲਿਆ ਤਾਂ ਏਡੀ ਵੱਡੀ ਪੂਜਾ ਹੋ ਗਈ, ਅਤੇ ਫਿਰ ਇਹਦੇ ਗੁਣ ਨੂੰ ਦੇਖ ਕੇ ਮੈਂ ਪਰਮ ਗੁਣੀ ਦਾ ਚੇਤਾ ਕਰਦਾ ਹਾਂ। ਇਸ ਕਰਕੇ ਮੈਂ ਸਗਲ ਰੂਪਾਂ ਦੀ ਪੂਜਾ ਕਰਦਾ। ਜੇ ਇਸ ਤਰ੍ਹਾਂ ਦੀ ਪੂਜਾ ਕਰਾਂਗੇ ਤਾਂ ਫਿਰ ਸਾਡੀ ਅਧਿਆਤਮਿਕਤਾ ਦਾ ਸਮਾਜ ਨੂੰ ਵੀ ਲਾਭ ਪਹੁੰਚੇਗਾ। ਜੇ ਅਸੀਂ ਸਜਿੰਦ ਬੰਦੇ ਨੂੰ ਇੱਕ ਜਿਹੜੀ ਮੂਰਤੀ ਰੱਬ ਨੇ ਬਣਾ ਕੇ ਬੰਦੇ ਦੇ ਰੂਪ 'ਚ ਭੇਜੀ, ਜੇ ਉਹਦਾ ਹੀ ਸਾਡੇ ਅੰਦਰ ਦੀ ਰਗਾ ਅਹਿਸਾਸ ਨਹੀਂ ਬਣਿਆ ਤਾਂ ਦੂਜੀ ਮੂਰਤ ਦਾ ਫਿਰ ਉਹਦਾ ਕੀ ਅਰਥ ਰਹੇਗਾ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ। ਫਿਰ ਸਾਰੇ ਸੰਸਾਰ ਨੂੰ ਇਸ ਪੂਜ ਵਾਲੇ ਪਾਸੇ ਲਗਾਇਆ ਹੈ। ਇਸ ਕਰਕੇ ਕਿਤਾਬੇ ਮੀਰਦਾਦ ਵਿੱਚ ਵੀ ਜ਼ਿਕਰ ਆਉਂਦਾ ਹੈ। ਕਹਿੰਦਾ ਮਨੁੱਖ ਨੇ ਅਧਿਆਤਮਿਕਤਾ ਦੇ ਵਿੱਚ ਵੀ ਆਪਣਾ ਆਲਸ ਵਾੜ ਲਿਆ ਹੈ। ਆਲਸ ਵਾੜਨ ਦਾ ਮਤਲਬ ਕੀ ਹੈ? ਕਿ ਕਹਿੰਦਾ ਰੱਬ ਨਹੀਂ ਚਾਹੁੰਦਾ ਕਿ ਤੁਸੀਂ ਧੂਪ ਅਗਰਦਾਨ ਬੱਤੀਆਂ ਜਗਾਓ। ਉਹ ਕਹਿੰਦਾ ਤੁਸੀਂ ਆਪਣੇ ਦਿਲਾਂ ਨੂੰ ਧੂਫ ਬਣਾਓ। ਮਤਲਬ ਕਿ ਜਿਵੇਂ ਪ੍ਰਭੂ ਨੇ ਸਾਡਾ ਦਿਲ ਪੈਦਾ ਕੀਤਾ, ਉਹਦੇ ਵਿੱਚ ਇੰਨੇ ਗੁਣਾਂ ਨੂੰ ਸਮਾ ਲਵੋ ਕਿ ਜਿਵੇਂ ਧੂਪ ਦਾ ਜਦੋਂ ਧੂੰਆਂ ਉੱਠਦਾ ਸੁਗੰਧੀ ਵੀ ਨਾਲ ਉੱਠਦੀ ਹੈ। ਜਦੋਂ ਤੁਹਾਡਾ ਦਿਲ ਕਿਸੇ ਦੇ ਨਾਲ ਸੰਪਰਕ ਵਿੱਚ ਆਵੇ, ਤੁਹਾਡੇ ਅੰਦਰ ਸਮਾਏ ਹੋਏ ਰੱਬੀ ਗੁਣਾਂ ਦੀ ਖੁਸ਼ਬੂ ਉਹਦੇ ਤੱਕ ਆਪਣੇ ਆਪ ਪਹੁੰਚੇ। ਇਸ ਕਰਕੇ ਅਧਿਆਤਮਿਕਤਾ ਦਾ ਉਚੇਰੇ ਰੂਪ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੂਜੈ ਸਭ ਸੰਸਾਰ। ਇਸ ਕਰਕੇ ਹੋਰ ਦੂਜੀ ਗੱਲ ਦੇਖੋ, ਇਹ ਟਕਰਾਵ ਸ਼ੁਰੂ ਤੋਂ ਪੈਦਾ ਹੁੰਦੇ ਆਏ ਹਨ। ਇਸ ਚੀਜ਼ ਦਾ ਬੜਾ ਵੱਡਾ ਰਿਹਾ ਸ਼ੁਰੂ ਤੋਂ ਹੀ ਧਾਰਮਿਕ ਜਗਤ ਦੇ ਵਿੱਚ ਕਿ ਜਦੋਂ ਭਗਤ ਪ੍ਰਹਿਲਾਦ ਵਰਗਿਆਂ ਨੇ ਨਿਰੋਲ ਪਰਮੇਸ਼ਰ ਦੀ ਸਾਧਨਾ ਸ਼ੁਰੂ ਕਰਨੀ ਕੀਤੀ, ਉਦੋਂ ਵੀ ਉਹਨਾਂ ਦਾ ਵਿਰੋਧ ਹੋਇਆ। ਤਾਂ ਇਸੇ ਪ੍ਰਕਾਰ ਇਹ ਸਾਰਾ ਸਿਲਸਿਲਾ ਚੱਲਦਾ ਆ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਅਤੇ ਜਿਹੜਾ ਇਸ ਪ੍ਰਵਾਸੇ ਦੇ ਵਿੱਚ ਰਹਿੰਦਾ ਹੈ, ਕਹਿੰਦੇ ਉਹਦੀ ਅਗਿਆਨ ਦੀ ਭਟਕਣ ਵਾਲੀ ਗੱਲ ਹੈ, ਕਿਉਂਕਿ ਉਹ ਪਰਮੇਸ਼ਰ ਦੇ ਅਸੀਮ ਰੂਪ ਨੂੰ ਬੁੱਝਣ ਤੋਂ ਅਣਜਾਣ ਰਿਹਾ। ਅਤੇ ਉਹ ਬੁੱਝਣ 'ਤੇ ਕੋਈ ਰੋਕ ਨਹੀਂ ਸੀ ਲੱਗੀ ਹੋਈ। ਰੋਕ ਆਪ ਪੈਦਾ ਕਰ ਲਈ ਕਿ ਪੂਜਾ ਦਾ ਇੱਕ ਖਾਸ ਤਰ੍ਹਾਂ ਦਾ ਨਿਜ਼ਾਮ ਪੈਦਾ ਕਰ ਲਿਆ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪ੍ਰਵਾਸੇ ਜੋ ਰਹੇ। ਹੁਣ ਭਗਤ ਕਬੀਰ ਸਾਹਿਬ ਜਦੋਂ ਇਸ ਪ੍ਰਵਾਸੇ ਕਹਿ ਰਹੇ ਹਨ ਤਾਂ ਉਹਦਾ ਭਾਵ ਇੱਕ ਹੋਰ ਵੀ ਗਹਿਰਾ ਭਾਵ ਇਹ ਹੈ ਕਿ ਤੇਰੇ ਕੋਲੋਂ ਅਸੀਮ ਕਲਪਨਾ ਹੈ। ਤੂੰ ਕਿੰਨਿਆਂ ਨੂੰ ਬੋਲ ਕੇ ਜਾਂ ਕੋਈ ਆਪਣੀ ਪ੍ਰਤਿਭਾ ਦਿਖਾ ਕੇ ਰਿਝਾ ਸਕਦਾ ਹੈ, ਪਰ ਜਿਸ ਰੂਪ ਨੂੰ ਤੂੰ ਪੂਜ ਰਿਹਾ ਹੈ ਉਸ ਰੂਪ ਦੇ ਵਿੱਚ ਚੇਤਨਾ ਨਹੀਂ ਹੈ, ਅਤੇ ਉਹ ਤੈਨੂੰ ਕਿਵੇਂ ਰਜਾਏਗੀ? ਇਹ ਵੱਖਰੀ ਗੱਲ। ਜਿਵੇਂ ਮੈਂ ਕੱਲ੍ਹ ਵੀ ਨੁਕਤਾ ਅਰਜ਼ ਕੀਤਾ ਸੀ ਕਿ ਜੇ ਮਤਲਬ ਬੰਦਾ ਕੋਈ ਜਿਵੇਂ ਕਈ ਦਲੀਲ ਦਿੰਦੇ ਨੇ ਇਸ ਤਰ੍ਹਾਂ ਦੀ ਕਿ ਜੀ ਉਹਦੇ ਵਿੱਚ ਰੱਬ ਨਹੀਂ ਹੈ, ਤਾਂ ਜੇ ਉਸ ਰੱਬ ਦੇ ਹਿੱਸੇ ਨੂੰ ਆਪਣੀ ਸ਼ਰਧਾ ਆਪਣੀ ਭਾਵਨਾ ਦੇ ਨਾਲ ਧੜਕਾ ਵੀ ਲਏਗਾ ਅਤੇ ਕਿੰਨਾ ਕੁ ਧੜਕਾ ਲਏਗਾ। ਇਸ ਕਰਕੇ ਜੇ ਤੇਰੇ ਰੂਪ ਦੀ, ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਇੱਕ ਅਮੂਰਤ ਪੂਜਾ ਦੀ ਅਤੇ ਮੂਰਤ ਪੂਜਾ ਦਾ ਕੀ ਹੈ?
ਹੁਣ ਜਿਵੇਂ ਜਦੋਂ ਅਸੀਂ ਨਕਸ਼ੀ ਚਿੱਤਰ ਦਿੱਤਾ, ਜਿਵੇਂ ਅੱਜ ਕਿਸੇ ਤਰ੍ਹਾਂ ਦਾ ਵੀ ਨਕਸ਼ ਚਿੱਤਰ ਦਈਏ ਤਾਂ ਅਸੀਂ ਸਮਝਦੇ ਹਾਂ ਕਿ ਸਾਡੇ ਇਸ਼ਟ ਦਾ ਨਕਸ਼ ਹੋਰ ਹੈ, ਇਹ ਨਕਸ਼ ਹੋਰ ਤਰ੍ਹਾਂ ਦਾ, ਫਿਰ ਉਹਨਾਂ ਵਿੱਚ ਦਵੈਤ ਪੈਦਾ ਹੋ ਜਾਂਦਾ। ਤਾਂ ਇਸੇ ਪ੍ਰਕਾਰ ਅਸੀਂ ਅਮੂਰਤ ਦੇ ਵਿੱਚ ਕਹਿੰਦੇ ਹਾਂ ਕਿ ਉਹ ਇੱਕ ਹੈ, ਫਿਰ ਉਹ ਇੱਕ ਦਾ ਮੂਰਤ ਇਹਨਾਂ ਸਾਰਿਆਂ ਵਿੱਚ ਹੀ ਪ੍ਰਕਾਸ਼ਮਾਨ ਹੋ ਰਿਹਾ। ਇਸ ਕਰਕੇ ਨਾ ਕਿਸੇ ਨੂੰ ਵਿਸ਼ੇਸ਼ ਕਿਹਾ ਜਾ ਸਕਦਾ, ਨਾ ਕਿਸੇ ਨੂੰ ਛੋਟਾ ਕਿਹਾ ਜਾ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪਰਵਾਸੇ ਉਂਝ ਤੈਨੂੰ ਅਸੀਮ ਕਲਪਨਾਵਾਂ ਮਿਲੀਆਂ ਹੋਈਆਂ ਸਨ ਕਿ ਤੂੰ ਬੜਾ ਵੱਡਾ ਜਾਣ ਲੈਂਦਾ, ਪਰ ਉਹਦੇ ਉੱਪਰ ਅੰਕੁਸ਼ ਲਗਾ ਕੇ ਤੂੰ ਛੋਟੇ ਰੂਪਾਂ ਦੀ ਪੂਜਾ ਦੇ ਵਿੱਚ ਪੈ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੂਢੇ ਕਾਲੀ ਧਾਰ, ਅਤੇ ਇਹਨਾਂ ਦਾ ਹਰੇਕ ਕਰਮ ਇਹਨਾਂ ਨੂੰ ਅਗਿਆਨ ਗਫਲਤ ਵਾਲੇ ਪਾਸੇ ਲਿਜਾ ਰਹੇ। ਇਸ ਕਰਕੇ ਜਿਹੜਾ ਹੁਣ ਇਸ ਗੱਲ 'ਤੇ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਲਿਖਿਆ ਹੋਇਆ, ਜੇ ਕਿਤੇ ਉਹਨਾਂ ਦਾ ਪੜ੍ਹੀਏ। ਉਹਨਾਂ ਕਿ ਭਾਰਤ ਦੀ ਜਦੋਂ ਉਹਨਾਂ ਨੇ ਕਿਸਮਤ ਦੀ ਗੱਲ ਕਰਦੇ ਹਨ ਤਾਂ ਕਹਿੰਦੇ ਇੱਥੇ ਜਿਹੜਾ ਜਿੱਡੀ ਵੱਡੀ ਸ਼ੁੱਧ ਅਧਿਆਤਮਿਕਤਾ ਇੱਥੇ ਪੈਦਾ ਹੋਈ, ਜੇ ਉਹਦਾ ਅਭਿਆਸ ਹੁੰਦਾ ਤਾਂ ਅੱਜ ਪਾਖੰਡ ਕਰਮ ਦਾ ਕੋਈ ਅਭਿਆਸ ਨਹੀਂ ਸੀ ਲੱਭਣਾ। ਪਰ ਗੱਲ ਕੀ ਸੀ ਕਿ ਉਹ ਨਹੀਂ। ਹੁਣ ਜਿਵੇਂ ਮੈਂ ਕੱਲ੍ਹ ਹੀ ਇਸ ਗੱਲ ਦਾ ਪ੍ਰਮਾਣ ਪੜ੍ਹ ਰਿਹਾ ਸਾਂ ਕਿ ਗੱਲਾਂ ਨੂੰ ਵਾਚਣਾ ਚਾਹੀਦਾ। ਚਲੋ ਲੜੀਵਾਰ ਵਿਆਖਿਆ ਦੇ ਬਹੁਤ ਜ਼ਿਆਦਾ ਲਾਭ ਹਨ, ਅਥਾਹ ਲਾਭ ਹਨ। ਉਹਦੇ ਵਿੱਚ ਦੇਖ ਰਿਹਾ ਕਿ ਜਦੋਂ ਅਸੀਂ ਜਿਵੇਂ ਜਿਸ ਰੂਪ ਦੇ ਵਿੱਚ ਪੈਂਦੇ ਹਾਂ, ਤਾਂ ਮੀਰਾ ਬਾਈ ਦੇ ਮੈਂ ਪਦੇ ਪੜ੍ਹ ਰਿਹਾ ਸਾਂ, ਉਹਦੇ ਵਿੱਚ ਦੇਖੋ ਉਹਦੀ ਇੱਕ ਪੂਜਾ ਜਿਹੜੀ ਮੂਰਤੀ ਤੋਂ ਸ਼ੁਰੂ ਹੁੰਦੀ ਹੈ, ਪਰ ਜਦੋਂ ਉਹ ਸਿਖਰ ਦਾ ਗਾਇਨ ਕਰਦੀ ਹੈ ਉਹ ਫਿਰ ਉਸ ਰੂਪ ਦਾ ਗਾਇਨ ਕਰਦੀ ਜਿਹੜਾ ਘੱਟ ਘੱਟ ਰਮਿਆ ਹੋਇਆ ਹੈ। ਅਤੇ ਜਿਹੜਾ ਇੰਜ ਕਰ ਸਕਦਾ ਸਫਰ, ਤਾਂ ਉਹਦਾ ਹੀ ਕੋਈ ਅਰਥ ਬਣਦਾ। ਤਾਂ ਭਗਤ ਕਬੀਰ ਸਾਹਿਬ ਪਰ ਓਡਾ ਵੱਡਾ ਭਗਤ ਬਣਦਾ ਨਹੀਂ ਹੈ, ਕਿਉਂਕਿ ਮਨੁੱਖ ਦੀ ਚੇਤਨਾ ਇੰਨੀ ਉੱਚੀ ਨਹੀਂ ਕਿ ਉਹ ਇਹ ਕੁਝ ਕਰ ਸਕੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪ੍ਰਵਾਸੀ, ਇਸ ਕਰਕੇ ਇਸ ਚੀਜ਼ ਨੂੰ ਛੱਡ ਕੇ ਜਿਹੜਾ ਪ੍ਰਭੂ ਦੇ ਅਸੀਮ ਰੂਪ ਨੂੰ, ਜਿਹੜਾ ਬੜੀਆਂ ਚੀਜ਼ਾਂ ਦੇ ਨਾਲ ਇਕੱਠਾ ਹੀ ਮੌਲ ਰਿਹਾ ਹੈ, ਉਹਨੂੰ ਆਪਣੀ ਸੁਰਤ ਦੇ ਵਿੱਚ ਵਸਾਉਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਉੱਤਮ ਹੈ। ਨਹੀਂ ਤਾਂ ਜਿਹੜਾ ਮੂਰਤ ਪ੍ਰਵਾਸੇ ਰਹਿੰਦਾ ਹੈ ਤਾਂ ਕਹਿੰਦੇ ਬੂਢੇ ਕਾਲੀ ਧਾਰ, ਕਿਉਂ? ਕਿਉਂਕਿ ਉਹਦੇ ਅੰਦਰੋਂ ਸੋਝੀ ਵਿਸਰ ਜਾਂਦੀ ਹੈ, ਉਹ ਪੂਜਕ ਹੀ ਰਹਿ ਜਾਂਦਾ ਹੈ। ਹੁਣ ਗੁਰੂ ਸਾਹਿਬ ਜੀ ਦੇ ਜਦੋਂ ਚਰਨਾਂ ਵਿੱਚ ਕੋਈ ਸਿੱਖ ਆਇਆ, ਉਹਨੇ ਆਰਾਧਨਾ ਕੀਤੀ, ਤਾਂ ਜਦੋਂ ਉਹਨੂੰ ਸਿਖਰ ਦਾ ਅਭਿਆਸ ਹੋਇਆ ਤਾਂ ਉਹਨੂੰ ਉਰੋਂ ਲੱਗਾ ਕਿ ਮੈਂ ਨਾ ਸਰੀਰ ਆ ਨਾ ਕੁਝ ਹੋਰ ਆ। ਤਾਂ ਕਹਿੰਦੇ ਇਸੇ ਪ੍ਰਕਾਰ ਪਹਿਲਾਂ ਤਾਂ ਆਪਣੇ ਆਕਾਰ ਤੋਂ ਨਹੀਂ ਛੁੱਟਿਆ ਜਾਣਾ, ਇੱਕ ਦੂਜਾ ਆਕਾਰ ਸਾਜ ਲਿਆ ਹੈ ਤਾਂ ਉਹ ਹੋਰ ਜ਼ਿਆਦਾ ਸਮੱਸਿਆ। ਇਸ ਪ੍ਰਕਾਰ ਕਹਿੰਦੇ ਇਸ ਪ੍ਰਵਾਸੇ ਆਪਣੀ ਕਲਪਨਾ ਨੂੰ ਜਾਂ ਆਪਣੇ ਅਹਿਸਾਸ ਨੂੰ ਸਾਰੇ ਨੂੰ ਇਸ ਕਰਕੇ ਮਨੁੱਖ ਤਾਲਾ ਲਗਾ ਲੈਂਦਾ। ਤਾਂ ਬੂਢੇ ਕਾਲੀ ਤਾਰ, ਬੂਢੇ ਕਾਲੀ ਤਾਰ ਦਾ ਭਾਵ ਜਿਵੇਂ ਪਹਿਲਾਂ ਦੇਸ਼ ਦੇ ਵਿੱਚ ਕਿਸੇ ਨੂੰ ਨਕਾਲਾ ਦੇਣਾ ਹੁੰਦਾ ਸੀ, ਜਿੱਥੇ ਭੇਜਿਆ ਜਾਂਦਾ ਸੀ ਉਹਨੂੰ ਕਾਲੇ ਪਾਣੀ ਕਹਿੰਦੇ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜੇ ਪ੍ਰਭੂ ਦੇ ਪਰਮ ਰੂਪ ਨੂੰ ਭੁੱਲ ਗਏ ਹਨ ਅਤੇ ਛੋਟੇ ਰੂਪਾਂ ਨੂੰ ਬਣਾ ਕੇ ਉਹਦੀ ਪੂਜਾ ਕਰਨ ਲੱਗ ਪਏ ਹਨ, ਉਹ ਤ੍ਰਿਗਦ ਜੋਨਾਂ ਦੇ ਵਿੱਚ ਪੂਜਣ ਭਟਕਣਗੇ, ਕਿਉਂਕਿ ਉਹਨਾਂ ਦਾ ਅਰਥ ਬਹੁਤ ਛੋਟਾ ਬਣ ਗਿਆ ਅਤੇ ਉਸ ਪਰਮ ਰੂਪ ਦੀ ਆਰਾਧਨਾ ਨਹੀਂ ਕਰਨ। ਇਸੇ ਨੁਕਤੇ ਕਰਕੇ ਸਾਡੇ ਵਿੱਚ ਤਸਵੀਰ ਪੂਜਾ ਦਾ ਨਿਸ਼ੇਧ ਤਾਂ ਕਰਕੇ ਹੈ ਕਿ ਇਸ ਰੂਪ ਕਰਕੇ ਤੁਸੀਂ ਦਵੈਤ ਪੈਦਾ ਕਰਦੇ ਹੋ, ਤਾਂ ਜਿੰਨਾ ਕੁ ਉੱਤਮ ਹੀ ਬਣਾ ਲਓਗੇ। ਇਸ ਕਰਕੇ ਗੁਰੂ ਸਰੂਪ ਦੇ ਗੁਣਾਂ ਨੂੰ ਸੁਣੋ, ਗੁਣਾਂ ਨੂੰ ਸੁਣ ਕੇ ਉਸ ਗੁਣਾਂ ਦਾ ਸਿਮਰਨ ਬਣਾਓ ਅਤੇ ਗੁਣਾਂ ਦੇ ਸਿਮਰਨ ਦੇ ਨਾਲ ਆਪਣੀ ਭਗਤੀ ਕਰਮ ਦੀ ਸਾਧਨਾ ਕਰਦੇ ਜਾਓ, ਅਤੇ ਤਾਂ ਤੁਹਾਡੇ ਕਰਮਾਂ ਦੀ ਨਿਰਮਲਤਾ ਬਣੇਗੀ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਜੇ ਅਸੀਂ ਪ੍ਰਭੂ ਦੇ ਗੁਣਾਂ ਦਾ ਵਰਣਨ ਪੜ੍ਹਾਂਗੇ ਉਹ ਮੁੱਕੇਗਾ ਹੀ ਨਹੀਂ, ਪਰ ਮੂਰਤ ਰੂਪ ਦੇ ਵਿੱਚ ਜਿਹੜੇ ਗੁਣ ਘੜੇ ਨੇ ਕਿੰਨੇ ਕੁ ਬਿਆਨ ਕਰ ਦੇਗਾ ਬੰਦਾ। ਵੱਧ ਤੋਂ ਵੱਧ ਇਹੀ ਕਹਿ ਦੇਗਾ ਕਿ ਇਹਦੇ ਨਕਸ਼ ਬਹੁਤ ਬਰੀਕ ਨੇ, ਇਹਦਾ ਪਹਿਰਾਵਾ ਬੜਾ ਸੁੰਦਰ ਹੈ। ਅਤੇ ਇਸ ਕਰਕੇ ਗੁਣਾਂ ਦਾ ਸਿਮਰਨ ਤਾਂ ਕਰਕੇ ਗੁਰੂ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ, ਕਿਉਂਕਿ ਫਿਰ ਭਗਤੀ ਦਾ ਉਹਨੂੰ ਇੱਕੋ ਹੀ ਪੱਖ ਸਮਝ ਆਉਂਦਾ ਹੈ, ਮੂਰਤੀ ਪੂਜਾ, ਉਹਨੂੰ ਦੂਜਾ ਸਮਝ ਹੀ ਨਹੀਂ ਆਉਂਦਾ, ਕਿਉਂਕਿ ਉਹ ਸ੍ਰਿਸ਼ਟ ਵਿੱਚ ਰਮਿਆ ਹੀ ਨਹੀਂ ਜਾਣਦਾ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ, ਕਿਉਂਕਿ ਬੜੀ ਮੇਰੇ ਆਪਣੇ ਜਾਚੇ ਅਨੁਸਾਰ ਬੜੇ ਡੀਪ ਢੰਗ ਦੇ ਨਾਲ ਅਸੀਂ ਇਹਦੀ ਚਰਚਾ ਕੀਤੀ ਹੈ। ਜੇ ਜਿਸ ਨੇ ਵੀ ਸਮਝਣ ਦਾ ਯਤਨ ਕੀਤਾ ਹੋਵੇਗਾ ਉਹਦਾ ਕੋਈ ਭਰਮ ਭੁਲੇਖਾ ਬਾਕੀ ਰਹਿਣਾ ਨਹੀਂ ਚਾਹੀਦਾ। ਇਸ ਕਰਕੇ ਲੜੀਵਾਰ ਵਿਆਖਿਆ ਦ੍ਰਿੜ ਕਰਾਉਣ ਦਾ ਭਾਵ ਕੀ ਹੈ ਕਿ ਗਿਆਨ ਦਾ ਪੱਖ ਵੀ ਬੜਾ ਤੀਖਣ ਹੋ ਜਾਵੇ ਤਾਂ ਅਭਿਆਸ ਪੱਖ ਆਪਣੇ ਆਪ ਦੇ ਵਿੱਚ ਉੱਚਾ ਹੋ ਜਾਵੇ। ਤਾਂ ਇਸ ਪ੍ਰਕਾਰ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ, ਇਸ ਤਰ੍ਹਾਂ ਦੀ ਪੂਜਾ ਦੇ ਕਰਮ ਅਪਣਾਉਣੇ ਅਗਿਆਨ ਦੇ ਵਿੱਚ ਭਟਕਣ ਵਾਂਗ ਹੀ ਹੈ। ਸੋ ਕਿਰਪਾ ਕਰਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਬਦ ਵਿਚਾਰ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।